ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਦਾ। ਅੱਜ ਦੇ ਆਪਣੇ ਐਨਸੀਈਆਰਟੀ ਭੂਗੋਲ ਦੇ 7ਵੇਂ ਦਿਨ ਲੈਕਚਰ 6 ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਆਪਾਂ ਪਿਛਲੇ ਲੈਕਚਰ ਵਿੱਚ ਲਿਥੋਸਫੀਅਰ ਬਾਰੇ ਪੜ੍ਹਨਾ ਸ਼ੁਰੂ ਕੀਤਾ ਸੀ ਤੇ ਇਸ ਲੈਕਚਰ ਬਾਰੇ ਉਸੇ ਚੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਭੂਚਾਲ ਤੇ ਉਹਦੀ ਸਾਰੀ ਚੀਜ਼ਾਂ ਬਾਰੇ ਪੜ੍ਹਨਾ ਹੈ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਬਾਰੇ ਆਪਾਂ ਪੜ੍ਹਨਾ ਕਿ ਦੇਖੋ, ਜਦੋਂ ਆਪਾਂ ਸਾਰੇ ਭੂਚਾਲ ਨੂੰ ਦੇਖਿਆ ਕਿ ਆਪਣਾ ਭੂਚਾਲ ਆਂਦਾ ਕਿੱਦਾਂ ਹੈ, ਆਪਾਂ ਉਹਦੇ ਲਈ ਸਾਰੀ ਦੁਨੀਆ, ਪੂਰੀ ਧਰਤੀ ਤੇ ਆਪਾਂ ਜਗ੍ਹਾ ਜਗ੍ਹਾ ਉਹਨੂੰ ਮੇਜਰ ਕਰਨ ਲਈ ਇੰਸਟਰੂਮੈਂਟ ਲਗਾਉਣੇ ਸ਼ੁਰੂ ਕੀਤੇ। ਜਦੋਂ ਆਪਾਂ ਨੂੰ ਪਤਾ ਚੱਲਿਆ ਕਿ ਹਾਂ ਭੂਚਾਲ ਆਉਂਦੇ ਆ, ਭੂਚਾਲ ਨੂੰ ਕਿਸ ਤਰੀਕੇ ਨਾਲ ਹੁਣ ਨਾਪਣਾ ਜ਼ਰੂਰੀ ਹੈ, ਤਾਂ ਆਪਾਂ ਸਾਰੀ ਦੁਨੀਆ 'ਚ ਅੱਡ-ਅੱਡ ਐਕਸਪੈਰੀਮੈਂਟ ਕਰਕੇ ਇੰਸਟਰੂਮੈਂਟ ਲਗਾਉਣੇ ਸ਼ੁਰੂ ਕੀਤੇ। ਤਾਂ ਜਦੋਂ ਆਪਾਂ ਇੰਸਟਰੂਮੈਂਟ ਲਗਾਏ ਤਾਂ ਆਪਾਂ ਨੂੰ ਪਤਾ ਚੱਲਿਆ ਕਿ ਆਪਾਂ 3 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਮਤਲਬ ਧਰਤੀ ਕਿਸ ਤਰੀਕੇ ਨਾਲ ਹਿਲਦੀ ਹੈ, ਉਹਨੂੰ ਆਪਾਂ 3 ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਇੱਕ ਨੂੰ ਆਪਾਂ ਕਹਿੰਦੇ ਆ ਪੀ ਵੇਵਸ, ਠੀਕ ਹੈ, ਜਾਂ ਉਹਨੂੰ ਪ੍ਰਾਇਮਰੀ ਵੇਵਸ ਕਹਿ ਦੋ, ਠੀਕ ਹੈ, ਪੀ ਵੇਵਸ ਜਾਂ ਪ੍ਰਾਇਮਰੀ ਵੇਵਸ। ਦੂਜੀ ਹੈਗੀ ਹੈ ਐਸ ਵੇਵ ਜਾਂ ਸੈਕੰਡਰੀ ਵੇਵ, ਤੇ ਤੀਜੀ ਇੱਥੇ ਮੈਂ ਲਿਖੀ ਨਹੀਂ, ਉਹਨੂੰ ਲਵ ਵੇਵ ਕਹਿੰਦੇ ਜਾਂ ਐਲ ਵੇਵ ਕਹਿੰਦੇ ਆ, ਠੀਕ ਹੈ, ਕਿਉਂਕਿ ਇਹ ਆਪਾਂ ਮੇਨ ਜੀਓਗ੍ਰਾਫੀ ਵਿੱਚ ਪੜਾਂਗੇ। ਇਹਨੂੰ ਰਾਇਲੈਗ ਵੇਵ ਜਾਂ ਐਲ ਵੇਵ ਜਿੱਦਾਂ ਮਰਜ਼ੀ ਰੈਫਰ ਕਰ ਲਓ, ਇਹਦੇ ਬਾਰੇ ਆਪਾਂ ਮੇਨ ਜੀਓਗ੍ਰਾਫੀ ਵਿੱਚ ਜਾ ਕੇ ਪੜਾਂਗੇ। ਬੇਸਿਕਲੀ ਜਿਹੜੀਆਂ 3 ਤਰੰਗਾਂ ਹੈਗੀਆਂ, ਇਹਨਾਂ ਦਾ ਕੰਮ ਕੀ ਹੈ ਧਰਤੀ ਦੇ ਅੰਦਰ। ਜਦੋਂ ਦੇਖੋ ਆਪਣਾ ਭੂਚਾਲ ਆਉਂਦਾ ਹੈ, ਆਹ ਜਿਹੜੀਆਂ 2 ਤਰੰਗਾਂ, ਇਹ ਆਪਾਂ ਹਜੇ ਕਿਉਂ ਪੜ ਰਹੇ ਹਾਂ, ਇਹ ਜਿਹੜੀਆਂ 2 ਤਰੰਗਾਂ ਹੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਧਰਤੀ ਦੇ ਅੰਦਰ ਕਿੱਦਾਂ ਸਾਰੀ ਦੀ ਸਾਰੀ ਧਰਤੀ ਹਿਲਦੀ ਹੈ, ਉਹ ਇਹ 2 ਤਰੰਗਾਂ ਨਾਲ ਹਿਲਦੀ ਹੈ। ਜਿਹੜੀ ਇਹ ਤੀਜੀ ਵੇਵ ਹੈ, ਜਿਹੜੀ ਆਪਾਂ ਧਰਤੀ ਤੇ ਦੇਖਦੇ ਹਾਂ, ਤਬਾਹੀ ਮਚੀ ਪਈ ਹੈ ਕਿ ਸੜਕਾਂ ਟੁੱਟ ਜਾਂਦੀਆਂ, ਬਿਲਡਿੰਗਸ ਗਿਰ ਜਾਂਦੀਆਂ, ਉਹ ਆ ਕਰਦੀ ਹੈ ਇਹ ਤੀਜੀ ਵੇਵ ਜਿਹੜੀ ਹੈ। ਤਾਂ ਆਪਣੇ ਲਈ ਧਰਤੀ ਦੇ ਅੰਦਰ ਦੇ ਹਿੱਸੇ ਨੂੰ ਸਮਝਣ ਲਈ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰੀ ਵੇਵਸ ਹੈ, ਉਹ ਪੀ ਤੇ ਐਸ ਵੇਵਸ ਹੈ, ਠੀਕ ਹੈ। ਇਸੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਇਹੀ ਹੈ। ਹੁਣ ਇਸ ਚੀਜ਼ ਨੂੰ ਹੋਰ ਗਹਿਰਾਈ ਨਾਲ ਸਮਝਦੇ ਹੋਏ ਪੀ ਤੇ ਐਸ ਵੇਵਸ ਨੂੰ ਦੇਖੋ, ਜਦੋਂ ਆਪਾਂ ਇਹਨਾਂ ਨੂੰ ਪੜ੍ਹਿਆ ਤਾਂ ਸਟਾਰਟਿੰਗ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਪਿਛਲੇ ਲੈਕਚਰ 'ਚ ਕਿ ਸਭ ਤੋਂ ਵੱਡਾ ਅੱਜ ਤੱਕ ਜਿਹੜਾ ਇਨਸਾਨਾਂ ਨੇ ਖੱਡਾ ਖੋਦਿਆ ਧਰਤੀ ਉੱਤੇ, ਉਹ ਸਿਰਫ 18 ਕਿਲੋਮੀਟਰ ਡੂੰਘਾ ਹੈ, ਜੋ ਧਰਤੀ ਦੇ ਮੁਤਾਬਿਕ ਕੁਝ ਵੀ ਨਹੀਂ ਹੈ, ਬਹੁਤ ਹੀ ਛੋਟਾ ਜਿਹਾ ਖੱਡਾ ਉਹ। ਤਾਂ ਆਪਾਂ ਨੂੰ ਸਾਰੀ ਧਰਤੀ ਦੇ ਅੰਦਰ ਤੱਕ ਪਤਾ ਕਿੱਦਾਂ ਚੱਲਦਾ ਕਿ ਧਰਤੀ ਦੇ ਅੰਦਰ ਹੈ ਕੀ, ਕਿਸ ਤਰੀਕੇ ਦੀ ਬਣੀ ਹੋਈ ਹੈ। ਦੇਖੋ, ਜਦੋਂ ਆਪਾਂ ਤਰੰਗਾਂ ਪਤਾ ਲਗਾ ਲਈਆਂ ਕਿਹੜੀ ਕਿਹੜੀ ਤਰੰਗਾਂ ਆਉਂਦੀਆਂ, ਹੁਣ ਆਪਾਂ ਇਹਨਾਂ ਨੂੰ ਜਾ ਕੇ ਫਿਜ਼ਿਕਸ ਲੈਬ ਦੇ ਅੰਦਰ ਟੈਸਟ ਕਰਨਾ ਸ਼ੁਰੂ ਕੀਤਾ ਕਿ ਇਹ ਜਿਵੇਂ ਇਹਨਾਂ ਨੂੰ ਅੱਡ-ਅੱਡ ਚੀਜ਼ਾਂ ਤੋਂ ਪਾਸ ਕਰੂੰਗਾ, ਕਿਸੇ ਠੋਸ ਸੋਲਿਡ ਚੀਜ਼ ਤੋਂ ਪਾਸ ਕਰੂੰਗਾ, ਇਹ ਕਿੱਦਾਂ ਕੰਮ ਕਰਨਗੀਆਂ, ਕਿਸੇ ਲਿਕੁਇਡ ਜਾਂ ਪਾਣੀ ਤੋਂ ਪਾਸ ਕਰੂੰਗਾ, ਕੋਈ ਵੀ ਹਵਾ ਤੋਂ ਪਾਸ ਕਰੂੰਗਾ, ਤਾਂ ਕਿੱਦਾਂ ਇਹ ਜਾਣਗੀਆਂ। ਤਾਂ ਕਿ ਇਹਨਾਂ ਦੀਆਂ ਇਹ ਪ੍ਰੋਪਰਟੀਆਂ ਸਟੱਡੀ ਕਰਕੇ ਉਸ ਤੋਂ ਬਾਅਦ ਆਪਾਂ ਅੱਡ-ਅੱਡ ਮੈਟਲਸ ਚੋਂ ਵੀ ਇਹਨਾਂ ਨੂੰ ਪਾਸ ਕਰਕੇ ਦੇਖਿਆ। ਦੇਖੋ, ਜੇ ਤਾਂ ਸਾਰੀ ਧਰਤੀ ਬਿਲਕੁਲ ਸੇਮ ਬਣੀ ਹੁੰਦੀ, ਹੁਣ ਆਪਾਂ ਕੀ ਕੀਤਾ, ਉਸ ਤੋਂ ਬਾਅਦ ਆਪਾਂ ਮੈਥਮੈਟੀਕਲ ਕੈਲਕੂਲੇਸ਼ਨ, ਪਹਿਲਾਂ ਇਹਨਾਂ ਦੇ ਤਰੰਗਾਂ ਦੇ ਬਾਰੇ ਬੇਸਿਕ ਕੈਲਕੂਲੇਸ਼ਨ ਲਾਈਆਂ ਸੀ। ਆਪਾਂ ਨੂੰ ਧਰਤੀ ਦੇ ਬਾਰੇ ਅੰਦਰ ਜਾਣਨ ਲਈ ਹੋਰ ਜ਼ਿਆਦਾ ਉਤਸ਼ਾਹ ਕਿੱਥੋਂ ਆਇਆ, ਆਪਾਂ ਨੂੰ ਹੋਰ ਮੋਟੀਵੇਸ਼ਨ ਕਿੱਥੋਂ ਆਈ, ਜਦੋਂ ਆਪਾਂ ਸਾਰੀ ਧਰਤੀ ਦੇ ਇੰਸਟਰੂਮੈਂਟ ਲਗਾਤੇ ਸੀ। ਉਸ ਤੋਂ ਬਾਅਦ ਆਪਾਂ ਕੀ ਕਰਨਾ ਸ਼ੁਰੂ ਕੀਤਾ, ਆਪਾਂ ਇਹ ਸਾਰੇ ਦੇ ਸਾਰੇ ਇੰਸਟਰੂਮੈਂਟ ਦੀ ਰੀਡਿੰਗ ਪੜ੍ਹਨੀਆਂ ਸ਼ੁਰੂ ਕੀਤੀਆਂ। ਦੇਖੋ, ਆਪਣਾ ਹਮੇਸ਼ਾ ਅਨੁਮਾਨ ਰਿਹਾ ਸੀ, ਤੁਸੀਂ ਸਕੂਲ ਲੈਵਲ 'ਚ ਕੁਐਸਚਨ ਵੀ ਕੀਤੇ ਹੋਣੇ ਆ ਸਪੀਡ, ਡਿਸਟੈਂਸ ਤੇ ਟਾਈਮ ਦੇ, ਕਿ ਕਿੰਨੀ, ਜੇ ਕੋਈ ਚੀਜ਼ ਇੰਨੀ ਸਪੀਡ ਤੇ ਟਰੈਵਲ ਕਰ ਰਹੀ ਹੈ, ਇੰਨੀ ਦੂਰ ਜਾਣਾ ਹੈ, ਤਾਂ ਉਹਨੂੰ ਕੁਝ ਇੰਨੇ ਟਾਈਮ 'ਚ ਪਹੁੰਚ ਜਾਣਾ ਚਾਹੀਦਾ। ਆਪਾਂ ਹਰ ਚੀਜ਼ ਦਾ ਇਹਦਾ ਅਨੁਮਾਨ ਲਗਾ ਸਕਦੇ ਹਾਂ। ਤਾਂ ਆਪਾਂ ਇਹ ਤਰੰਗਾਂ ਦਾ ਵੀ ਲਗਾਇਆ ਕਿ ਜੇ ਧਰਤੀ ਦੇ ਅੰਦਰੋਂ ਇਹ ਫੈਲਣਾ ਸ਼ੁਰੂ ਹੁੰਦੀਆਂ, ਦੇਖੋ ਇਹਨੂੰ ਮੰਨ ਲਓ ਕਿ ਇਹ, ਕਿਉਂਕਿ 2D ਡਾਇਗਰਾਮ ਹੈ, ਬੋਰਡ ਉੱਤੇ 3D ਡਾਇਗਰਾਮ ਨਹੀਂ ਹੋਊਗਾ, ਇਹਨੂੰ ਗੋਲ ਪੂਰੀ ਧਰਤੀ ਵਾਂਗੂ ਮੰਨ ਲਓ। ਤਾਂ ਹਰ ਜਗ੍ਹਾ ਜਿੱਥੇ ਵੀ ਆਪਾਂ ਰੀਡਿੰਗ ਲੈਣੀ ਆ, ਆਪਾਂ ਉਹਦੇ ਐਸਟੀਮੇਟ ਲਗਾਉਣੇ ਸ਼ੁਰੂ ਕੀਤੇ ਕਿ ਜਿਵੇਂ ਜਿੱਥੇ ਭੂਕੰਪ ਆਇਆ ਉਹਦੇ ਬਿਲਕੁਲ ਦੂਜੇ ਪਾਸੇ ਕਿੰਨੇ ਟਾਈਮ 'ਚ ਪਹੁੰਚੂਗੀ, ਇੰਨੇ ਡਿਸਟੈਂਸ ਤੇ ਕਿੰਨੇ ਟਾਈਮ 'ਚ ਪਹੁੰਚੂਗੀ, ਆਪਾਂ ਸਾਰੇ ਐਸਟੀਮੇਟ ਲਗਾਏ। ਪਰ ਇਹ ਐਸਟੀਮੇਟਸ ਆਪਣੇ ਨਾ ਮੈਥਮੈਟਿਕਲੀ ਗਲਤ ਆ ਰਹੇ ਸੀ। ਕਈ ਜਗ੍ਹਾ ਜਿੱਥੇ ਆਪਾਂ ਸੋਚ ਰਹੇ ਸੀ ਕਿ ਆ ਦੇਖੋ ਦੂਰੀ ਬਹੁਤ ਘੱਟ ਹੈ, ਇੱਥੇ ਤਾਂ ਬਹੁਤ ਛੇਤੀ ਆਹ ਇੰਸਟਰੂਮੈਂਟ ਤੇ ਰਿਕਾਰਡ ਹੋ ਜਾਣਾ ਚਾਹੀਦਾ, ਤਰੰਗਾਂ ਬਹੁਤ ਛੇਤੀ ਆ ਜਾਣੀਆਂ ਚਾਹੀਦੀਆਂ। ਕਈ ਜਗ੍ਹਾ ਤਰੰਗਾਂ ਬਹੁਤ ਛੇਤੀ ਵੀ ਆਈਆਂ, ਕਈ ਤਰੰਗਾਂ ਬਹੁਤ ਹੀ ਲੇਟ ਆਈਆਂ, ਜਿੰਨਾ ਟਾਈਮ ਉੱਥੇ ਪਹੁੰਚਣ 'ਚ ਲੱਗਣਾ ਚਾਹੀਦਾ ਸੀ ਉਹ ਤੋਂ ਬਹੁਤ ਲੇਟ ਆਈਆਂ। ਕਈ ਜਗ੍ਹਾ ਦੇਖੋ ਇਹ ਭੂਕੰਪ ਤੇ ਬਿਲਕੁਲ ਦੂਜੇ ਪਾਸੇ ਹੈ, ਇੱਥੇ ਆਪਾਂ ਨੂੰ ਉਮੀਦ ਸੀ ਬਹੁਤ ਲੇਟ ਪਹੁੰਚਣਗੀਆਂ, ਪਰ ਇੱਥੇ ਬਹੁਤ ਜਲਦੀ ਪਹੁੰਚ ਰਹੀਆਂ। ਇਹਦਾ ਆਪਾਂ ਜਿਹੜਾ ਕਨਕਲੂਜਨ ਕੱਢਿਆ ਕਿ ਦੇਖੋ ਇਹ ਟਾਈਮ ਵਿੱਚ ਕਿਉਂ ਫਰਕ ਆ ਰਿਹਾ ਹੈ, ਉਹ ਇਸ ਲਈ ਆ ਰਿਹਾ ਕਿ ਤੁਹਾਡੀ ਸਾਰੀ ਧਰਤੀ ਇੱਕੋ ਜਿਹੀ ਨਹੀਂ ਬਣੀ ਹੋਈ। ਜੇ ਪੂਰੀ ਧਰਤੀ ਬਣੀ ਹੁੰਦੀ ਸੇਮ ਚੀਜ਼ ਨਾਲ, ਸੇਮ ਮੈਟਲ ਲਗਾ ਲਓ, ਕੋਈ ਵੀ ਚੀਜ਼ ਲਗਾ ਲਓ, ਤਾਂ ਹਰ ਜਗ੍ਹਾ ਤੁਹਾਡੇ ਬਿਲਕੁਲ ਬਰਾਬਰ ਵੇਵਸ ਪਹੁੰਚਦੀਆਂ ਜਿੱਥੇ ਮਰਜ਼ੀ ਜਾ ਰਹੀਆਂ ਹੁੰਦੀਆਂ।
ਹੁਣ ਗੱਲ ਕੀ ਸੀ, ਜਦੋਂ ਇਹ ਬਰਾਬਰ ਨਹੀਂ ਪਹੁੰਚੀਆਂ ਤਾਂ ਆਪਾਂ ਨੂੰ ਲੱਗਿਆ ਕਿ ਅੰਦਰ ਅੱਡ-ਅੱਡ ਚੀਜ਼ਾਂ, ਤਾਂ ਹੀ ਆਪਾਂ ਇਹਨਾਂ ਨੂੰ ਫਿਜ਼ਿਕਸ ਲੈਬ ਵਿੱਚ ਲੈ ਕੇ ਗਏ। ਆਪਾਂ ਅੱਡ-ਅੱਡ ਚੀਜ਼ਾਂ ਤੇ ਇਹਨਾਂ ਨੂੰ ਟਰਾਈ ਕਰਨਾ ਸ਼ੁਰੂ ਕੀਤਾ ਕਿ ਸੋਲਿਡ 'ਚ ਕਿੱਦਾਂ ਪਾਸ ਕਰਦੀ ਹੈ, ਲਿਕੁਇਡ 'ਚ ਕਿੱਦਾਂ ਪਾਸ ਕਰਦੀ ਹੈ, ਗੈਸ 'ਚ ਕਿੱਦਾਂ ਪਾਸ ਕਰਦੀ ਹੈ, ਅੱਡ-ਅੱਡ ਟਾਈਪ ਦੇ ਸੋਲਿਡ 'ਚ ਵੀ ਕਿੱਦਾਂ ਪਾਸ ਕਰਦੀ ਹੈ, ਅੱਡ-ਅੱਡ ਟਾਈਪ ਦੇ ਲਿਕੁਇਡ 'ਚ ਵੀ ਕਿੱਦਾਂ ਪਾਸ ਕਰਦੀ ਹੈ। ਹੁਣ ਜਿਹੜੀ ਇਹ ਤਰੰਗਾਂ, ਇਹਨਾਂ ਦੀ ਕੁਝ ਬੇਸਿਕ ਪ੍ਰੋਪਰਟੀ ਆਪਾਂ ਨੂੰ ਪਤਾ ਸੀ। ਦੇਖੋ, ਇੱਕ ਹੋਰ ਚੀਜ਼ ਆਪਾਂ ਇਹ ਸਾਰੀ ਚੀਜ਼ਾਂ ਕਰਦੇ ਹੋਏ, ਸਾਰੇ ਐਕਸਪੈਰੀਮੈਂਟ ਕਰਦੇ ਹੋਏ ਰਿਅਲਾਈਜ਼ ਕੀਤਾ, ਉਹ ਇਹ ਸੀ ਕਿ ਇਹ ਜਿਹੜੀਆਂ ਵੇਵਸ ਹੈ ਨਾ, ਕਈ ਜਗ੍ਹਾ ਤੇ ਇਹ ਪਹੁੰਚ ਹੀ ਨਹੀਂ ਰਹੀਆਂ ਸੀ। ਧਰਤੀ ਦਾ ਇੱਕ ਬਹੁਤ ਵੱਡਾ ਹਿੱਸਾ ਇਦਾਂ ਦਾ ਸੀ ਜਿੱਥੇ ਇਹ ਕਿਤੇ ਉੱਥੇ ਇੰਸਟਰੂਮੈਂਟ ਦੀ ਸੂਈ ਹਿਲਦੀ ਨਹੀਂ ਸੀ। ਪਹਿਲਾਂ ਲੱਗਦਾ ਸੀ ਕਿ ਸ਼ਾਇਦ ਇੰਸਟਰੂਮੈਂਟ ਨਾ ਖਰਾਬ ਹੋਵੇ, ਪਰ ਹੋਰ ਕਿਤੇ ਭੂਕੰਪ ਆਉਂਦਾ ਤਾਂ ਇਹ ਹਿਲ ਪੈਂਦੀਆਂ, ਪਰ ਉਹ ਫਿਰ ਕਿਤੇ ਹੋਰ ਨਹੀਂ ਹਿਲ ਰਹੀਆਂ ਹੁੰਦੀਆਂ। ਤਾਂ ਆਪਾਂ ਨੂੰ ਸਮਝਣਾ ਜ਼ਰੂਰੀ ਹੋ ਗਿਆ ਕਿ ਇਦਾਂ ਦਾ ਕਿਉਂ ਆ, ਕੀ ਫੈਕਟਰਸ ਹੈ। ਇਹਦਾ ਆਨਸਰ ਆਪਾਂ ਨੂੰ ਉਦੋਂ ਹੀ ਮਿਲਿਆ ਕਿ ਇਦਾਂ ਕਿਉਂ ਹਰ ਜਗ੍ਹਾ ਰੀਡਿੰਗ ਨਹੀਂ ਆ ਰਹੀ ਜਾਂ ਰੀਡਿੰਗ ਟਾਈਮ ਗਲਤ ਆ ਰਿਹਾ ਹੈ। ਉਹਦਾ ਕਨਕਲੂਜਨ ਪਹਿਲੀ ਗੱਲ ਤਾਂ ਇਹੀ ਕੱਢਿਆ ਗਿਆ ਕਿ ਧਰਤੀ ਅੰਦਰੋਂ ਬਿਲਕੁਲ ਸੇਮ ਨਹੀਂ ਬਣੀ ਹੋਈ। ਧਰਤੀ ਦੀ ਅੱਡ-ਅੱਡ ਕੋਈ ਪਰਤਾਂ ਹੋਣਗੀਆਂ, ਧਰਤੀ ਦੇ ਅੱਡ-ਅੱਡ ਕੋਈ ਲੇਅਰ ਹੋਣਗੀਆਂ। ਹੁਣ ਇਹ ਲੇਅਰ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਮਤਲਬ ਫਿਰ ਤਾਂ ਹੀ ਆਪਾਂ ਪੀ ਤੇ ਐਸ ਵੇਵ ਨੂੰ ਜਦੋਂ ਹੋਰ ਪੜਿਆ, ਤਾਂ ਇੱਕ ਹੋਰ ਜਿਹੜੀ ਚੀਜ਼ ਇੱਥੇ ਕਲੀਅਰ ਹੋਈ, ਉਹ ਸੀਗੀ, ਪਹਿਲਾਂ ਤਾਂ ਇਹ ਮੂਵ ਕਿੱਦਾਂ ਕਰਦੀ ਹੈ, ਮੈਂ ਪਹਿਲਾਂ ਇਹਨਾਂ ਬਾਰੇ ਦੱਸਦਾ। ਦੇਖੋ, ਪੀ ਵੇਵ ਨੂੰ ਆਪਾਂ ਕਹਿੰਦੇ ਆ ਕੰਪ੍ਰੈਸ਼ਨਲ ਜਾਂ ਲੰਬਕਾਰੀ ਤਰੰਗਾ, ਠੀਕ ਹੈ, ਲੰਬਕਾਰੀ ਤਰੰਗਾ। ਇਹਦਾ ਕੀ ਮਤਲਬ ਹੈ? ਦੇਖੋ, ਇਹ ਇੱਥੇ ਜਿਹੜੇ ਮਿੱਟੀ ਦੇ ਪਾਰਟੀਕਲ ਹੈ, ਜਿੰਨੀ ਵੀ ਧਰਤੀ ਦੇ ਅੰਦਰ ਮਿੱਟੀ ਪੱਥਰ ਸਭ ਕੁਝ ਹੈ, ਇਹ ਕੀ ਹੈ, ਇਹ ਇੱਕ ਦੂਜੇ ਨੂੰ ਅੱਗੇ ਅੱਗੇ ਧੱਕਾ ਮਾਰ ਰਹੇ। ਇਹਦਾ ਕੀ ਮਤਲਬ ਹੈ? ਜਿਵੇਂ ਇੱਕ ਪਾਰਟੀਕਲ ਦੂਜੇ ਨੂੰ ਆ ਕੇ ਧੱਕਾ ਮਾਰ ਰਿਹਾ ਅੱਗੇ ਨੂੰ, ਜਿਹੜੀ ਇਦਾਂ ਸਿੱਧੀ ਸਿੱਧੀ 180 ਡਿਗਰੀ ਤੇ ਮੂਵਮੈਂਟ ਹੋ ਰਹੀ ਹੈ, ਇਹਨੂੰ ਆਪਾਂ ਕਹਾਂਗੇ ਕੰਪ੍ਰੈਸ਼ਨਲ ਜਾਂ ਲੰਬਕਾਰੀ। ਤਾਂ ਇਹ ਪੇਪਰ ਜਿੱਦਾਂ ਕੁਐਸਚਨ ਆਉਂਦੇ ਹੁੰਦੇ ਡਾਇਰੈਕਟਲੀ ਕਿ ਪੀ ਵੇਵਸ ਕਿੱਦਾਂ ਦੀ ਵੇਵ ਹੈ, ਤਾਂ ਆਹ ਦੋਨਾਂ ਵਿੱਚ ਕੋਈ ਵੀ ਵਰਡ ਆ ਜੇ, ਇਹ ਪੀ ਵੇਵਸ ਲਈ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਇਹਦੇ ਡਾਇਰੈਕਸ਼ਨ ਦਾ ਕੀ ਮਤਲਬ ਹੈ? ਇੱਕ ਦੂਜੇ ਨੂੰ ਬਿਲਕੁਲ 180 ਡਿਗਰੀ ਤੇ ਸਿੱਧਾ ਸਿੱਧਾ ਮਾਰ ਰਹੀਆਂ, ਯਾਨੀ ਕਿ ਇੱਕ ਪਾਰਟੀਕਲ ਸੀ, ਉਹਨੂੰ ਝਟਕਾ ਲੱਗਿਆ, ਉਹਨੇ ਅਗਲੇ ਨੂੰ ਮਾਰਿਆ, ਉਹਨੇ ਅਗਲੇ ਨੂੰ ਮਾਰਿਆ, ਉਹਨੇ ਅਗਲੇ ਨੂੰ, ਤਾਂ ਆਹ ਧੱਕਾ ਵੱਜਦਾ ਗਿਆ, ਠੀਕ ਹੈ, ਸਿੱਧਾ। ਇਹਨੂੰ ਕਹਿੰਦੇ ਆ ਲੰਬਕਾਰੀ ਜਾਂ ਕੰਪ੍ਰੈਸ਼ਨਲ ਤਰੰਗਾ। ਦੂਜੀ ਐਸ ਵੇਵ ਹੈ, ਜਿਹੜੀ ਥੋੜੀ ਜਿੰਨੇ ਪੱਥਰ ਆ ਉਹਨਾਂ ਨੂੰ ਇਦਾਂ ਉੱਤੇ ਥੱਲੇ ਨੂੰ ਕਰਦੀ ਹੈ, ਠੀਕ ਹੈ, ਉੱਤੇ ਥੱਲੇ ਨੂੰ। ਤਾਂ ਕੋਈ ਵੀ ਪਾਰਟੀਕਲ ਉਹਨੇ ਦੂਜੇ ਨੂੰ ਉੱਤੇ ਧੱਕਾ ਮਾਰਨਾ, ਫਿਰ ਉਹ ਥੱਲੇ ਗਿਰਨਗੇ, ਉੱਤੇ ਥੱਲੇ। ਤਾਂ ਜਿਹੜੀਆਂ ਤਰੰਗਾਂ ਇਦਾਂ ਸਿੱਧੀ ਸਿੱਧੀ ਲਾਈਨ 'ਚ ਜਾ ਰਹੀਆਂ 180 ਡਿਗਰੀ ਦੇ ਐਂਗਲ ਤੇ, ਇਹਨਾਂ ਨੂੰ ਆਪਾਂ ਪੀ ਵੇਵ ਕਹਿੰਦੇ ਆ। ਜਿਹੜੀਆਂ ਤਰੰਗਾਂ ਇਦਾਂ ਉੱਤੇ ਥੱਲੇ ਨੂੰ ਜਾ ਰਹੀਆਂ, ਠੀਕ ਹੈ, 90 ਡਿਗਰੀ ਦੇ ਐਂਗਲ ਤੇ, ਇਹ ਸਾਰੇ ਨੂੰ ਆਪਾਂ ਕਹਿੰਦੇ ਆ ਐਸ ਵੇਵ, ਠੀਕ ਹੈ। ਆਹ ਇੱਥੇ ਹਿਲਦੇ ਹੋਏ ਡਾਇਗਰਾਮ ਨੂੰ ਮੈਂ ਪ੍ਰੈਜ਼ੈਂਟ ਕੀਤਾ, ਇਸੇ ਲਈ ਕੀਤਾ ਕਿ ਤੁਸੀਂ ਸਮਝ ਸਕੋ। ਜਿਵੇਂ ਆਹ ਦੇਖੋ, ਤੁਸੀਂ ਲਾਈਨਾਂ ਦੇਖੋ, ਕੋਲੇ ਕੋਲੇ ਆਉਂਦੀਆਂ, ਇੱਕ ਦੂਜੇ ਨੂੰ ਟੱਕਰ ਮਾਰਦੀਆਂ, ਅੱਗੇ 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 ਮੂਵ ਕਰ ਰਹੀਆਂ। ਇਹ ਇਸ ਤਰੀਕੇ ਨਾਲ ਮਤਲਬ ਇਸ ਡਾਇਗਰਾਮ ਨੂੰ ਇਸ ਸਾਈਡ ਨੂੰ ਦਿਖਾਏ ਹੋਏ ਆ ਦੋਨੋਂ, ਠੀਕ ਹੈ। ਤਾਂ ਇਦਾਂ ਹੀ ਟੱਕਰਾਂ ਮਾਰ ਰਹੇ ਆ, ਠੀਕ ਹੈ। ਸੌਰੀ, ਇਸ ਸਾਈਡ ਨੂੰ ਦਿਖਾਏ, ਐਰੋ ਬਣਾਇਆ, ਮੇਰੀ ਗਲਤੀ। ਹਾਂ, ਤਾਂ ਹੁਣ ਜਿਹੜੀ ਆਹ ਤਰੰਗਾਂ ਸੀਗੀਆਂ, ਜਦੋਂ ਆਪਾਂ ਇਹਨਾਂ ਦੀ ਪ੍ਰੋਪਰਟੀਆਂ ਹੋਰ ਪੜ੍ਹੀਆਂ, ਤਾਂ ਆਪਾਂ ਨੂੰ ਪਤਾ ਚੱਲਿਆ ਜਿਹੜੀ ਆਹ ਪੀ ਵੇਵ ਹੈ, ਇਹ ਕਦੀ ਵੀ ਕੋਈ ਵੀ ਤਰਲ ਚੀਜ਼ ਹੋਗੀ। ਤਰਲ ਚੀਜ਼ ਦਾ ਮਤਲਬ ਆਪਾਂ ਕਿਉਂਕਿ ਫਿਜ਼ਿਕਸ ਲੈਬ 'ਚ ਇਹਨਾਂ ਨੂੰ ਵੀ ਟੈਸਟ ਕਰ ਰਹੇ ਸੀ, ਤਾਂ ਆਪਾਂ ਨੂੰ ਪਤਾ ਚੱਲਿਆ ਜਿਹੜੀ ਪੀ ਵੇਵ ਆ, ਇਹ ਰਿਫਰੈਕਟ ਕਰ ਜਾਂਦੀ ਹੈ ਜਦ ਵੀ ਕੋਈ ਵੀ ਤਰਲ ਲੇਅਰ ਇਹਦੇ ਅੱਗੇ ਆਊਗੀ, ਕੋਈ ਵੀ ਤਰਲ ਦੀ ਪਰਤ ਇਹਦੇ ਅੱਗੇ ਆਊਗੀ। ਯਾਨੀ ਕਿ ਜੇ ਧਰਤੀ ਦੇ ਅੰਦਰ ਕੋਈ ਵੀ ਚੀਜ਼ ਲਿਕੁਇਡ ਹੈ, ਇਹ ਕੀ ਕਰੂਗਾ? ਇਹ ਰਿਫਰੈਕਟ ਕਰ ਜਾਓ। ਜੇ ਤੁਹਾਨੂੰ ਨਹੀਂ ਵੀ ਯਾਦ ਰਿਫਰੈਕਸ਼ਨ ਕੀ ਹੁੰਦੀ ਹੈ ਤੇ ਰਿਫਲੈਕਸ਼ਨ ਕੀ ਹੁੰਦੀ ਹੈ, ਤਾਂ ਮੈਂ ਤੁਹਾਨੂੰ ਹੁਣੇ ਸ਼ਾਰਟਲੀ ਇਸ ਬਾਰੇ ਸਾਰਾ ਦਾ ਸਾਰਾ ਦੱਸੂਗਾ। ਹੁਣੇ ਮੈਂ ਇੱਕ ਮਿੰਟ ਸਮਝਾਣਾ ਇਸ ਦੇ ਬਾਰੇ, ਠੀਕ ਹੈ। ਆਪਾਂ ਐਸ ਵੇਵਸ ਨੂੰ ਵੀ ਜਦੋਂ ਪਾਣੀ ਦੇ ਅੰਦਰ ਤਰਲ ਦੇ ਉਤੋਂ ਪਾਸ ਕੀਤਾ, ਲਿਕੁਇਡ ਦੇ ਥਰੂ ਪਾਸ ਕੀਤਾ, ਆਪਾਂ ਨੇ ਇਹ ਦੇਖਿਆ ਕਿ ਇਹ ਪਰਵਰਤਾ ਜਾਂ ਜਿਹਨੂੰ ਆਪਾਂ ਕਹਿੰਦੇ ਆ ਕਿ ਰਿਫਲੈਕਸ਼ਨ, ਇਹ ਰਿਫਲੈਕਟ ਕਰ ਜਾਂਦੀ ਹੈ। ਇਹ ਰਿਫਲੈਕਟ ਕਰ ਜਾਂਦੀ ਹੈ। ਹੁਣ ਇਹ ਰਿਫਲੈਕਸ਼ਨ ਕੀ ਹੁੰਦੀ ਹੈ ਤੇ ਰਿਫਰੈਕਸ਼ਨ ਕੀ ਹੁੰਦੀ ਹੈ, ਇਹ ਮੈਂ ਤੁਹਾਨੂੰ ਦੋਨੋਂ ਚੀਜ਼ਾਂ ਦੱਸਾਂ, ਠੀਕ ਹੈ। ਦੇਖੋ,
ਇਹਨਾਂ ਨੂੰ ਪ੍ਰਤੀਬੰਧਤਾ ਇਹ ਯਾਨੀ ਕਿ ਤੁਹਾਡੀ ਰਿਫਲੈਕਸ਼ਨ ਨੂੰ ਲਿਖਿਆ ਗਿਆ, ਠੀਕ ਹੈ। ਰਿਫਲੈਕਸ਼ਨ ਨੂੰ ਲਿਖਿਆ ਗਿਆ ਤੇ ਅਵਰਤਨ ਲਿਖਿਆ ਗਿਆ ਰਿਫਰੈਕਸ਼ਨ ਨੂੰ ਕਹਿੰਦੇ ਅਵਰਤਨ, ਠੀਕ ਹੈ। ਰਿਫਰੈਕਸ਼ਨ ਨੂੰ ਕਹਿੰਦੇ ਆ। ਹੁਣ ਇਹ ਦੋਨੋਂ ਮੋਸ਼ਨ ਹੁੰਦੇ ਕੀ ਹੈ, ਦੇਖੋ ਇਹ ਫਿਜ਼ਿਕਸ ਵੀ ਤੁਸੀਂ ਸਕੂਲ ਲੈਵਲ ਤੇ ਪੜ੍ਹਿਆ ਹੋਊਗਾ, ਪਰ ਮੈਂ ਤੁਹਾਨੂੰ ਫਿਰ ਦੱਸਦਾ। ਦੇਖੋ ਜਿਹੜੀ ਚੀਜ਼ ਆਪਾਂ ਰੋਜ਼ ਜਿਵੇਂ ਸ਼ੀਸ਼ਾ ਦੇਖਦੇ ਆ, ਸ਼ੀਸ਼ੇ ਵਿੱਚ ਕੀ ਹੁੰਦਾ ਹੈ, ਹੁਣ ਆ ਸ਼ੀਸ਼ਾ ਮੰਨ ਲਓ, ਠੀਕ ਹੈ। ਹੁਣ ਸ਼ੀਸ਼ੇ 'ਚ ਆਪਾਂ ਆਪਣੇ ਨੂੰ ਦੇਖ ਕਿੱਦਾਂ ਪਾਉਂਦੇ ਹਾਂ, ਦੇਖੋ ਜੇ ਆਪਾਂ ਇੱਕ ਹਨੇਰੇ ਵਾਲੇ ਕਮਰੇ 'ਚ ਖੜੇ ਹੋ, ਬਿਲਕੁਲ ਹਨੇਰਾ ਹੋਇਆ ਉੱਥੇ, ਤਾਂ ਜੇ ਤੁਸੀਂ ਉੱਥੇ ਦੇਖਣ ਦੀ ਕੋਸ਼ਿਸ਼ ਕਰੋਗੇ ਨਾ, ਤੁਹਾਨੂੰ ਸ਼ੀਸ਼ਾ ਦਿਖੂਗਾ ਹੀ ਨਹੀਂ। ਸ਼ੀਸ਼ਾ ਹੁੰਦਾ ਕੀ ਹੈ, ਬੇਸਿਕਲੀ ਸ਼ੀਸ਼ੇ ਉੱਤੇ ਕੋਈ ਵੀ ਲਾਈਟ ਪੈਂਦੀ ਹੈ, ਉਹ ਲਾਈਟ ਵਾਪਸ ਟਕਰਾ ਕੇ ਵਾਪਸ ਜਾਂਦੀ ਹੈ ਸ਼ੀਸ਼ੇ ਤੋਂ। ਤਾਂ ਆਪਾਂ ਜਦੋਂ ਆਪਣੇ ਆਪ ਨੂੰ ਦੇਖਦੇ ਹਾਂ, ਬੇਸਿਕਲੀ ਆਪਣੇ ਉੱਤੇ ਲਾਈਟ ਪੈ ਰਹੀ ਹੈ, ਉਹ ਲਾਈਟ ਸ਼ੀਸ਼ੇ ਤੇ ਜਾ ਰਹੀ ਹੈ ਤੇ ਸ਼ੀਸ਼ੇ ਵੱਲ ਆਪਾਂ ਨੂੰ ਉਹ ਦੁਆਰਾ ਲਾਈਟ ਹੀ ਦਿਖ ਰਹੀ ਹੈ, ਆਪਣੀ ਅੱਖਾਂ ਨੂੰ ਉਹ ਲਾਈਟ ਦਿਖਦੀ ਹੈ, ਠੀਕ ਹੈ। ਆਪਣੀ ਅੱਖਾਂ ਜਿਹੜੀ ਦੇਖ ਪਾਉਂਦੀ ਹੈ, ਉਹ ਰੋਸ਼ਨੀ ਜਦੋਂ ਆਉਂਦੀ ਹੈ ਅੱਖਾਂ 'ਚ, ਉਹ ਹੀ ਦੇਖ ਪਾਉਂਦੀ ਹੈ। ਤਾਂ ਹਰ ਚੀਜ਼ ਜੋ ਆਪਾਂ ਨੂੰ ਦਿਖਦੀ ਹੈ ਉਹ ਰੋਸ਼ਨੀ ਹੁੰਦੀ ਹੈ। ਜਿਵੇਂ ਜੇ ਤੁਹਾਨੂੰ ਨਹੀਂ ਪਤਾ, ਇੱਕ ਫੈਕਟ ਵੀ ਇੱਥੇ ਦੱਸਦਾ, ਜੇ ਤੁਹਾਨੂੰ ਨਹੀਂ ਪਤਾ, ਜਿਵੇਂ ਕਿ ਕਾਲਾ ਤੇ ਚਿੱਟਾ ਕੋਈ ਰੰਗ ਨਹੀਂ ਹੁੰਦੇ। ਜਿਵੇਂ ਤੁਸੀਂ ਆ ਬੋਰਡ ਦੇਖ ਰਹੇ ਹੋ, ਤੁਹਾਨੂੰ ਬੋਰਡ ਚਿੱਟਾ ਦਿਖ ਰਿਹਾ ਹੋਊਗਾ, ਮੇਰੇ ਪਿੱਛੇ ਦੇਖ ਰਹੇ ਹੋ ਸਾਰਾ ਕਾਲਾ ਦਿਖ ਰਿਹਾ ਹੋਊਗਾ, ਪਰ ਚਿੱਟਾ ਤੇ ਕਾਲਾ ਕੁਝ ਨਹੀਂ ਹੁੰਦਾ, ਇਹ ਦੋਨੋਂ ਰੰਗ ਹੀ ਨਹੀਂ ਹੈਗੇ, ਠੀਕ ਹੈ। ਹੈਰਾਨੀ ਵਾਲੀ ਗੱਲ ਹੈ, ਪਰ ਇਹ ਰੰਗ ਨਹੀਂ ਹੈ। ਕਾਲਾ ਰੰਗ ਉਹ ਹੁੰਦਾ ਜਿਹੜਾ ਸਾਰੇ ਰੰਗਾਂ ਨੂੰ ਐਬਜ਼ੌਰਬ ਕਰ ਲੇ। ਉਹ ਕਿਸੇ ਵੀ ਰੰਗ ਨੂੰ, ਉਹਦੇ ਉੱਤੇ ਜੋ ਲਾਈਟ ਜਾ ਕੇ ਪੈਂਦੀ ਹੈ, ਠੀਕ ਹੈ, ਉਹਦੇ ਉੱਤੇ ਲਾਈਟ ਪਈ, ਲਾਈਟ ਤੋਂ ਬਾਅਦ ਉਹ ਸਾਰੀ ਲਾਈਟ ਆਪਣੇ ਅੰਦਰ ਹੀ ਸੋਖ ਲੈਂਦਾ, ਤਾਂ ਹੀ ਕਾਲੀ ਚੀਜ਼ ਤੋਂ ਤੁਹਾਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। ਇਸੇ ਕਾਰਨ ਕੋਈ ਰੰਗ ਵਾਪਸ ਨਹੀਂ ਆਉਂਦਾ। ਜਦ ਲਾਈਟ ਟਕਰਾਊਗੀ, ਜਿਹੜਾ ਰੰਗ ਉਹ ਤੋਂ ਵਾਪਸ ਆ ਕੇ ਟਕਰਾ ਕੇ ਆਪਾਂ ਨੂੰ ਦਿਖੂਗਾ, ਉਹ ਸਾਰਾ ਦਾ ਸਾਰਾ ਆਪਾਂ ਨੂੰ ਐਜ਼ ਅ ਉਸ ਰੰਗ ਵਿੱਚ ਚੀਜ਼ ਦਿਖਦੀ। ਜਿਵੇਂ ਆ ਤੁਹਾਨੂੰ ਮੇਰੀ ਸ਼ਰਟ ਨੀਲੀ ਦਿਖ ਰਹੀ ਹੋਗੀ, ਕਿਉਂਕਿ ਇਹ ਤੇ ਆ ਕੇ ਲਾਈਟ ਪੈ ਰਹੀ ਹੈ, ਨੀਲਾ ਰੰਗ ਵਾਪਸ ਕੈਮਰੇ ਵੱਲ ਆ ਰਿਹਾ, ਤਾਂ ਉਸ ਚੀਜ਼ ਨੂੰ ਤੁਹਾਡੀਆਂ ਅੱਖਾਂ ਨੀਲੇ ਵਾਂਗੂ ਤਾਂ ਪੜ ਰਹੀਆਂ ਹੋਣੀਆਂ। ਪਰ ਦੂਜੇ ਪਾਸੇ ਜਿਹੜਾ ਚਿੱਟਾ ਹੈ, ਚਿੱਟਾ ਸਾਰੇ ਰੰਗ ਇਕੱਠੇ ਸਿੱਟ ਦਿੰਦਾ। ਤਾਂ ਇਹਦਾ ਕੀ ਫਰਕ ਪੈਂਦਾ ਕਿ ਚਿੱਟੇ ਤੇ ਕੋਈ ਵੀ ਰੰਗ, ਇੱਕ ਰੰਗ ਨਹੀਂ ਉਹ ਛੱਡ ਰਿਹਾ, ਉਹ ਸਾਰਾ ਜਿੰਨੀ ਵੀ ਰੇਨਬੋ ਬਣਦੀ ਉਹ ਸਾਰੇ ਰੰਗ ਹੀ ਬਿਖਾਰ ਦਿੰਦਾ। ਇਸੇ ਕਾਰਨ ਉਹ ਵੀ ਕੋਈ ਰੰਗ ਨਹੀਂ ਦਿਖਦਾ ਆਪਾਂ ਨੂੰ, ਚਿੱਟਾ ਦਿਖਦਾ, ਕਿਉਂਕਿ ਉਹਨੇ ਸਾਰੀ ਰੋਸ਼ਨੀ ਸਿੱਟੀ ਤੇ ਉਹ ਕਾਲਾ ਹੋ ਗਿਆ। ਚਲੋ ਹੁਣ ਕਮਿੰਗ ਵਾਪਸ ਕਨਸੈਪਟ ਤੇ ਆਉਂਦੇ ਹੋਏ, ਆ ਜਿਹੜਾ ਆਪਣਾ ਸ਼ੀਸ਼ਾ ਲੱਗਿਆ ਹੋਇਆ, ਸ਼ੀਸ਼ੇ ਤੇ ਜਿਵੇਂ ਲਾਈਟ ਪੈਂਦੀ ਹੈ, ਲਾਈਟ ਜਿਹੜੀ ਵਾਪਸ ਜਾਂਦੀ ਹੈ, ਇਹਨੂੰ ਕਹਿੰਦੇ ਆਪਾਂ ਰਿਫਲੈਕਸ਼ਨ ਦਾ ਕਨਸੈਪਟ। ਜਦ ਕੋਈ ਚੀਜ਼ ਟਕਰਾ ਕੇ ਵਾਪਸ ਮੁੜ ਜੇ, ਠੀਕ ਹੈ, ਜੇ ਟੇਢੀ ਟਕਰਾਊਗੀ ਤਾਂ ਵੀ ਕਿਸੇ ਹੋਰ ਡਾਇਰੈਕਸ਼ਨ ਵਿੱਚ, ਪਰ ਵਾਪਸ ਮੁੜ ਜੂਗੀ, ਠੀਕ ਹੈ, ਇਹ ਉਸ ਡਾਇਰੈਕਸ਼ਨ 'ਚ ਅੱਗੇ ਨੂੰ ਨਹੀਂ ਜਾਂਦੀ। ਦੂਜੇ ਪਾਸੇ ਜਿਹੜਾ ਰਿਫਰੈਕਸ਼ਨ ਹੈ, ਇਹ ਆਪਾਂ ਪਾਣੀ ਵਿੱਚ ਦੇਖਦੇ ਹਾਂ। ਤੁਸੀਂ ਮੰਨੋ ਕਿ ਆਹ ਚਲੋ ਪਾਣੀ ਬਣਾ ਲਾਂਗੇ, ਪਾਣੀ ਦਾ ਰੰਗ ਹੀ ਦੇ ਦਿੰਦੇ ਹਾਂ। ਪਹਿਲਾਂ ਇੱਕ ਪਲੇਟਫਾਰਮ ਬਣਾ ਦਈਏ। ਤੁਸੀਂ ਮੰਨੋ ਕਿ ਆਹ ਕੋਈ ਇੱਕ ਜਿਵੇਂ ਸਵਿਮਿੰਗ ਪੂਲ ਹੈ, ਠੀਕ ਹੈ। ਤੁਸੀਂ ਆਹ ਉੱਤੇ ਖੜੇ ਹੋਏ ਹੋ, ਠੀਕ ਹੈ, ਤੇ ਇੱਥੇ ਤੁਹਾਡਾ ਕੋਈ ਫਰੈਂਡ ਹੈ ਪਾਣੀ ਦੇ ਅੰਦਰ। ਜਦ ਤੁਸੀਂ ਪਾਣੀ ਦੇ ਅੰਦਰ ਦੇਖ ਰਹੇ ਹੁੰਦੇ ਹੋ, ਤੁਹਾਨੂੰ ਕਈ ਵਾਰੀ ਕਿੱਦਾਂ ਦਿਖਾਈ ਦਿੰਦਾ, ਤੁਹਾਡੇ ਅਗਲੀ ਵਾਰੀ ਨਹੀਂ ਨੋਟਿਸ ਕੀਤਾ, ਪਾਣੀ ਦੇ ਅੰਦਰ ਕਿਸੇ ਬੰਦੇ ਨੂੰ ਦੇਖਿਆ, ਤੁਹਾਨੂੰ ਉਹ ਦਿਖੂਗਾ ਉਹਦੀ ਹਾਈਟ ਛੋਟੀ ਦਿਖ ਰਹੀ ਹੋਊਗੀ। ਇਦਾਂ ਕਿਉਂ ਹੁੰਦਾ ਕਿ ਹਾਈਟ ਛੋਟੀ ਦਿਖ ਰਹੀ ਹੁੰਦੀ ਹੈ? ਤੇ ਕਈ ਵਾਰੀ ਆਪਾਂ ਨੂੰ ਇਹ ਵੀ ਭੁਲੇਖਾ ਪੈਂਦਾ ਕਿ ਪਾਣੀ ਇੰਨਾ ਡੂੰਘਾ ਨਹੀਂ ਹੈ, ਆਪਾਂ ਨੂੰ ਪਾਣੀ ਲੱਗਦਾ ਕਿ ਬਸ ਇੱਥੇ ਤੱਕ ਹੀ ਹੈ, ਬਲਕਿ ਅਸਲੀ ਤਸਵੀਰ ਕੁਝ ਇਦਾਂ ਦੀ ਬਣਨੀ ਚਾਹੀਦੀ ਸੀ ਕਿ ਆ ਬੰਦੇ ਦੀ ਪੂਰੀ ਹਾਈਟ ਹੈ, ਆ ਥੱਲੇ ਲੱਤਾਂ, ਇਸ ਤਰੀਕੇ ਨਾਲ ਬੰਦਾ ਸੀ। ਪਰ ਆਪਾਂ ਨੂੰ ਆਹ ਬੰਦਾ ਉੱਤੇ ਕਿਉਂ ਦਿਖ ਰਿਹਾ ਤੇ ਸਰਫੇਸ ਉੱਤੇ ਕਿਉਂ ਦਿਖ ਰਹੀ ਹੈ? ਕਿਉਂਕਿ ਦੇਖੋ ਫਿਰ ਮੈਂ ਤੁਹਾਨੂੰ ਦੱਸਾਂ, ਆਪਾਂ ਹਰ ਚੀਜ਼ ਲਾਈਟ ਨਾਲ ਹੀ ਦੇਖਦੇ ਹਾਂ। ਇੱਥੇ ਆਪਾਂ ਆਪਣੀ ਆਸ-ਪਾਸ ਜਿਹੜੀ ਰੋਸ਼ਨੀ ਹੈ, ਰੋਸ਼ਨੀ ਨਾਲ ਆਪਾਂ ਇਹ ਪਾਣੀ ਨੂੰ ਦੇਖ ਰਹੇ ਹਾਂ। ਪਰ ਹੁੰਦਾ ਕੀ ਹੈ, ਦੇਖੋ ਉੱਤੇ ਜਿਹੜੀ ਚੀਜ਼ ਹੈਗੀ ਉਹ ਹੈਗੀ ਹੈ ਗੈਸ, ਜਿੱਥੋਂ ਆਪਾਂ ਦੇਖ ਰਹੇ ਹਾਂ ਹਵਾ ਹੀ ਹੈ ਨਾ ਆਪਣੇ ਆਸ-ਪਾਸ। ਆਹ ਜਿਹੜਾ ਹੈਗਾ ਪਾਣੀ ਹੈ, ਗੈਸ ਆ ਪਾਣੀ ਹੈ। ਹੁਣ ਹੁੰਦਾ ਕੀ ਹੈ, ਜਦ ਵੀ ਇਦਾਂ ਦੀ ਸਰਫੇਸ ਦੇ ਅੰਦਰ ਆ ਕੇ ਲਾਈਟ ਜਾਂਦੀ ਹੈ ਕਿ ਇੱਕ ਪਾਸੇ ਕੋਈ ਹੋਰ ਚੀਜ਼ ਹੋਵੇ, ਦੂਜੇ ਪਾਸੇ ਕੁਝ ਹੋਰ ਹੋਵੇ, ਜਿਵੇਂ ਇੱਕ ਦੂਜੇ ਪਾਸੇ ਪਾਣੀ ਹੈ, ਇੱਥੇ ਜਾ ਕੇ ਜਦੋਂ ਲਾਈਟ ਟਕਰਾਊਗੀ, ਲਾਈਟ ਨੂੰ ਜਾਣਾ ਚਾਹੀਦਾ ਸੀ ਆਹ ਸਿੱਧਾ, ਆਹ ਪਾਥ ਲੈਣਾ ਚਾਹੀਦਾ ਸੀ, ਲਾਈਟ ਨਾ ਥੋੜੀ ਜਿਹੀ ਅੰਦਰ ਨੂੰ ਮੁੜ ਜਾਂਦੀ ਹੈ।
ਤਾਂ ਆਪਾਂ ਨੂੰ ਜਿਹੜੀ ਚੀਜ਼ ਇੱਥੇ ਸੀ ਨਾ ਉਹ ਆਪਾਂ ਨੂੰ ਇੱਥੇ ਦਿਖਣ ਲੱਗ ਜਾਂਦੀ ਹੈ। ਤਾਂ ਲਾਈਟ ਆਪਣਾ ਰਸਤਾ ਬਦਲ ਜਾਂਦੀ ਹੈ। ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਰਿਫਰੈਕਸ਼ਨ। ਜਦ ਲਾਈਟ ਜਾਂਦੀ ਤਾਂ ਹੈਗੀ ਅੱਗੇ ਨੂੰ, ਠੀਕ ਹੈ, ਲਾਈਟ ਰੁਕਦੀ ਨਹੀਂ ਹੈ, ਲਾਈਟ ਅੱਗੇ ਨੂੰ ਜਾਂਦੀ ਹੈ, ਪਰ ਲਾਈਟ ਆਪਣਾ ਰਸਤਾ ਬਦਲ ਲੂਗੀ। ਤਾਂ ਲਾਈਟ ਜਾ ਕਿਸੇ ਹੋਰ ਪਾਸੇ ਰਹੀ ਸੀ, ਫਿਰ ਉਹਨੇ ਆਪਣਾ ਰਸਤਾ ਬਦਲ ਲਿਆ ਤੇ ਉਹ ਆਪਾਂ ਨੂੰ ਦਿਖ ਕਿਸੇ ਹੋਰ ਪਾਸੇ ਰਹੀ ਹੈ। ਇੱਥੇ ਸ਼ੀਸ਼ੇ ਤੇ ਉਹ ਨਿਕਲ ਹੀ ਨਹੀਂ ਪਾਈ, ਉਹ ਵਾਪਸ ਮੁੜ ਗਈ। ਰਿਫਰੈਕਸ਼ਨ ਹੁੰਦਾ ਹੈ ਜਦੋਂ ਉਹ ਨਿਕਲਦੀ ਤਾਂ ਹੈਗੀ ਹੈ, ਬਸ ਉਹਦਾ ਰਸਤਾ ਹੁਣ ਬਦਲ ਗਿਆ, ਹੁਣ ਉਸ ਸਾਈਡ ਦੀ ਜਗ੍ਹਾ ਇਸ ਸਾਈਡ ਨੂੰ ਜਾ ਰਹੀ ਹੈ। ਤਾਂ ਦਿਖ ਆਪਾਂ ਨੂੰ ਆਹੀ ਚੀਜ਼ ਰਹੀ ਹੁੰਦੀ ਹੈ, ਪਰ ਉਹ ਚੀਜ਼ ਆਪਾਂ ਨੂੰ ਇਸ ਸਾਈਡ ਤੇ ਦਿਖ ਰਹੀ ਹੁੰਦੀ ਹੈ। ਉਹ ਤਾਂ ਹੀ ਥੋੜਾ ਜਿਹਾ, ਕਈ ਵਾਰੀ ਅਗਲੀ ਵਾਰੀ ਕੋਈ ਸਵਿਮਿੰਗ ਪੂਲ 'ਚ ਹੋਇਆ, ਤੁਸੀਂ ਬਾਹਰ ਹੋਏ ਜਾਂ ਕੋਈ ਵੀ ਤਲਾਬ ਕੁਝ ਵੀ ਹੋਇਆ, ਧਿਆਨ ਨਾਲ ਦੇਖਿਓ, ਉਹਨਾਂ ਦਾ ਸਰੀਰ ਵੀ ਥੋੜਾ ਜਿਹਾ ਸਾਈਡ ਨੂੰ ਲੱਗੂਗਾ ਜਾਂ ਅੱਗੇ ਨੂੰ ਲੱਗੂਗਾ। ਉਹ ਇਸੇ ਲਈ ਲੱਗਦਾ ਹੈ ਕਿਉਂਕਿ ਇਹ ਇਸ ਤਰੀਕੇ ਨਾਲ ਇਹ ਵੰਡਿਆ ਜਾਂਦਾ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਰਿਫਰੈਕਸ਼ਨ ਤੇ ਰਿਫਲੈਕਸ਼ਨ ਦਾ ਕਨਸੈਪਟ ਕੰਮ ਕਰਦਾ ਹੈ, ਠੀਕ ਹੈ। ਤਾਂ ਇੱਥੇ ਹੁਣ ਧਰਤੀ ਦੇ ਅੰਦਰ ਜਿਹੜੀਆਂ ਆਹ ਦੋ ਵੇਵਸ ਹੈ, ਪੀ ਵੇਵਸ ਤੇ ਐਸ ਵੇਵਸ, ਯਾਨੀ ਕਿ ਜਿਹੜੀ ਪੀ ਵੇਵ ਹੈ, ਇੱਥੇ ਕੋਈ ਵੀ, ਜੇ ਆਪਾਂ ਨੂੰ ਇਹ ਕਨਕਲੂਜਨ ਕੱਢਿਆ ਕਿ ਧਰਤੀ ਦੇ ਅੰਦਰ ਕੋਈ ਨਾ ਕੋਈ ਇਦਾਂ ਦੀ ਤਰਲ, ਯਾਨੀ ਕਿ ਕੋਈ ਨਾ ਕੋਈ ਲਿਕੁਇਡ ਦੀ ਲੇਅਰ ਹੈ, ਤੇ ਜਿਵੇਂ ਹੀ ਇਹ ਲਿਕੁਇਡ ਦੀ ਲੇਅਰ 'ਚ ਕੰਟੈਕਟ 'ਚ ਆ ਰਹੀ ਹੈ ਪੀ ਵੇਵ, ਇਹ ਇੱਥੋਂ ਦੀ ਟਕਰਾ ਕੇ ਇਹਨੂੰ ਐਂਟਰ ਤਾਂ ਕਰਦੀ ਹੈ, ਰਿਫਰੈਕਸ਼ਨ ਹੋ ਰਹੀ ਹੈ ਨਾ ਇਹਦੇ ਅੰਦਰ, ਇਹਨੂੰ ਐਂਟਰ ਤਾਂ ਕਰਦੀ ਹੈ, ਪਰ ਇਹਦੀ ਡਾਇਰੈਕਸ਼ਨ ਕਿਸੇ ਹੋਰ ਪਾਸੇ ਨੂੰ ਹੋ ਜਾਂਦੀ ਹੈ, ਠੀਕ ਹੈ। ਜੇ ਇਹਨੂੰ ਐਂਟਰ ਕਰੂਗੀ ਇਹਦੀ ਡਾਇਰੈਕਸ਼ਨ ਕਿਸੇ ਹੋਰ ਪਾਸੇ ਹੋ ਜਾਊਗੀ, ਫਿਰ ਜਦੋਂ ਇਹ ਤੋਂ ਦੁਬਾਰਾ ਨਿਕਲੂਗੀ ਫਿਰ ਇਹ ਕਿਸੇ ਹੋਰ ਪਾਸੇ। ਦੇਖੋ ਜੇ ਕਦੀ ਇਹ ਵੀ ਹੁੰਦਾ ਹੈ ਨਾ ਕਿ ਲਾਈਟ ਪਾਣੀ ਤੋਂ ਬਾਹਰ ਨਿਕਲ ਰਹੀ ਹੈ, ਜਾਣਾ ਸੀ ਇਸ ਰਸਤੇ, ਠੀਕ ਹੈ, ਇਹਦਾ ਤਾਂ ਵੀ ਰਸਤਾ ਬਦਲੂਗਾ। ਜਦ ਵੀ ਕਿਸੇ ਵੀ ਮੀਡੀਅਮ ਵਿੱਚ ਫਰਕ ਆਉਂਦਾ ਨਾ, ਪਾਣੀ ਤੋਂ ਹਵਾ, ਹਵਾ ਤੋਂ ਪਾਣੀ 'ਚ, ਹਮੇਸ਼ਾ ਇਹ ਆਪਣਾ ਰਸਤਾ ਬਦਲੂਗੀ ਹੀ ਬਦਲੂਗੀ। ਤਾਂ ਜਿਹੜੀ ਚੀਜ਼ ਆਪਾਂ ਨੂੰ ਇੱਥੇ ਦੇਖਣੀ ਚਾਹੀਦੀ ਸੀ ਉਹ ਇੱਥੇ ਆਉਂਦੀ ਹੈ। ਧਰਤੀ ਦੇ ਅੰਦਰ ਰਿਫਰੈਕਸ਼ਨ 'ਚ ਇਹੀ ਹੋ ਰਿਹਾ ਹੈ ਕਿ ਜਿਹੜੀ ਬੀਨ ਨੇ ਇੱਥੇ ਜਾਣਾ ਸੀ, ਉਹ ਜਿੱਦਾਂ ਹੀ ਕਿਸੇ ਤਰਲ ਚੀਜ਼ ਦੇ ਕੰਟੈਕਟ ਵਿੱਚ ਆ ਰਹੀ ਹੈ, ਉਹ ਆਪਣਾ ਰਸਤਾ ਬਦਲ ਰਹੀ ਹੈ, ਫਿਰ ਦੁਬਾਰਾ ਜਦੋਂ ਖਤਮ ਹੋ ਰਹੀ ਹੈ, ਉਹ ਫਿਰ ਦੁਬਾਰਾ ਰਸਤਾ ਬਦਲ ਰਹੀ ਹੈ। ਐਸ ਵੇਵ ਇਹ ਤੋਂ ਉਲਟੀ, ਐਸ ਵੇਵ ਤਾਂ ਬਸ ਜਾ ਕੇ ਟਕਰਾਉਂਦੀ ਹੈ, ਐਸ ਵੇਵ ਪਾਣੀ ਜਾਂ ਕੋਈ ਵੀ ਤਰਲ ਚੀਜ਼ ਉਹਦੇ ਥਰੂ ਪਾਸ ਹੀ ਨਹੀਂ ਕਰ ਸਕਦੀ, ਉਹ ਵਾਪਸ ਮੁੜ ਜਾਂਦੀ ਹੈ ਬਸ, ਜਾਂ ਉਸੇ ਰਸਤੇ ਵਾਪਸ ਮੁੜ ਜਾਊਗੀ, ਕਿਸੇ ਹੋਰ ਰਸਤੇ ਵਾਪਸ ਮੁੜ ਜਾਊਗੀ, ਬਸ ਵਾਪਸ ਮੁੜ ਜਾਊਗੀ। ਮੈਂ ਇਸ ਲਈ ਟੇਢੇ ਬਣਾ ਰਿਹਾ ਕਿਉਂਕਿ ਧਰਤੀ ਗੋਲ ਹੈ, ਤਾਂ ਕੁਝ ਵੀ ਆ ਕੇ ਟਕਰਾਊਗਾ ਕਿਸੇ ਪਾਸੇ ਦਾ ਮੁੜੂਗਾ, ਠੀਕ ਹੈ। ਤਾਂ ਇਸ ਤਰੀਕੇ ਨਾਲ ਅਨਲੈਸ ਬਿਲਕੁਲ ਸਿੱਧੀ ਲਾਈਨ ਹੋਵੇ, ਠੀਕ ਹੈ। ਹੁਣ ਇਹ ਜਦੋਂ ਚੀਜ਼ਾਂ ਦੀ ਆਪਾਂ ਨੂੰ ਨੌਲੇਜ ਮਿਲ ਗਈ, ਇਹੀ ਚੀਜ਼ ਨੇ ਆਪਾਂ ਨੂੰ ਇਨਫੋਰਮੇਸ਼ਨ ਦੇਤੀ ਕਿ ਅੱਛਾ ਧਰਤੀ ਅੰਦਰੋਂ ਕੋਈ ਇਦਾਂ ਦੀ ਚੀਜ਼ ਬਣੀ ਹੋਈ ਹੈ ਜਿੱਥੇ ਤੱਕ ਤੁਹਾਡੇ ਆਹ ਤਰੰਗਾ ਨਹੀਂ ਪਹੁੰਚ ਪਾ ਰਹੀਆਂ। ਤਾਂ ਆਪਾਂ ਇਸੇ ਚੀਜ਼ ਤੋਂ ਆਪਾਂ ਕਨਕਲੂਜਨ ਕੱਢਿਆ, ਜਿਹੜਾ ਆਪਾਂ ਪਿਛਲੇ ਲੈਕਚਰ 'ਚ ਡਾਇਗਰਾਮ ਵੀ ਬਣਾਇਆ ਸੀ ਉਹ ਤੋਂ, ਕਿ ਧਰਤੀ ਦੇ ਅੰਦਰ ਕੋਈ ਇਦਾਂ ਦੀ ਇੱਕ ਲੇਅਰ ਹੈ, ਉਹਨੂੰ ਆਪਾਂ ਫਿਰ ਨਾਮ ਵੀ ਦਿੱਤਾ, ਜਿਹੜਾ ਥੋੜਾ ਅੰਦਰੂਨੀ ਕੋਰ ਸੀਗਾ। ਅੰਦਰੂਨੀ ਕੋਰ ਜਿਹੜਾ ਸੀ, ਇਹਨੂੰ ਆਪਾਂ ਪੜ੍ਹਿਆ ਸੀ ਕਿ ਲਿਕੁਇਡ ਹੈ, ਠੀਕ ਹੈ। ਇੱਥੇ ਸਾਰਾ ਤੁਹਾਡਾ ਲੋਹਾ ਤੇ ਨਿਕਲ ਪਿਘਲੇ ਪਏ ਹੈ ਤੇ ਇਸ ਤਰੀਕੇ ਨਾਲ ਇਹ ਘੁੰਮ ਰਿਹਾ ਇੱਥੇ। ਜਦੋਂ ਇਹ ਸਾਰੇ ਦੇ ਸਾਰੇ ਪਿਘਲਿਆ ਪਿਆ, ਇੱਥੇ ਕੋਈ ਵੀ ਵੇਵ ਆ ਕੇ ਟਕਰਾਊਗੀ, ਜੇ ਐਸ ਵੇਵ ਹੈ, ਐਸ ਵੇਵ ਤਾਂ ਨਾਲ ਦੀ ਨਾਲ ਵਾਪਸ ਮੁੜ ਜਾਊਗੀ, ਤੇ ਜੇ ਇਹ ਪੀ ਵੇਵ ਹੈ, ਪੀ ਵੇਵ ਇਹਨੂੰ ਐਂਟਰ ਕਰੂਗੀ, ਇਹਨਾਂ ਟਕਰਾਊਗੀ, ਆਪਣਾ ਰਸਤਾ ਬਦਲੂਗੀ, ਫਿਰ ਦੁਬਾਰਾ ਟਕਰਾਊਗੀ, ਫਿਰ ਆਪਣਾ ਰਸਤਾ ਬਦਲੂਗੀ, ਇਸ ਤਰੀਕੇ ਨਾਲ। ਤਾਂ ਇਹਨੇ ਆਪਣਾ ਆਨਸਰ ਕੱਢਿਆ ਕਿ ਦੇਖੋ ਕਿਉਂ ਕਈ ਜਗ੍ਹਾ ਤੇ ਜਿਹੜੇ ਇੰਸਟਰੂਮੈਂਟ ਹੈਗੇ ਧਰਤੀ ਤੇ, ਉਹ ਇਹ ਰੀਡਿੰਗਸ ਨੂੰ ਫੜ ਹੀ ਨਹੀਂ ਪਾ ਰਹੇ। ਕਿਉਂਕਿ ਹੁੰਦਾ ਕੀ ਹੈ, ਆਹ ਥੋੜੀ ਧਰਤੀ ਹੈ, ਇੱਥੇ ਕਿੱਦਾਂ ਦੇ ਦੇਖੋ, ਜਿਵੇਂ ਆਹ ਧਰਤੀ ਹੈ, ਜੇ ਮੈਂ ਆਹ ਐਂਗਲ ਬਣਾਵਾਂ, ਇੱਥੋਂ ਦੀ ਧਰਤੀ ਦੇ ਬਿਲਕੁਲ ਸੈਂਟਰ ਤੇ ਆਹ ਐਂਗਲ ਬਣਾਵਾਂ, 90 ਡਿਗਰੀ ਐਂਗਲ ਬਣਿਆ। ਆਪਾਂ ਆਬਜ਼ਰਵ ਕੀਤਾ ਕਿ ਦੇਖੋ ਹੁਣ ਆਪਾਂ ਨੂੰ ਕੀ ਪਤਾ ਕਿ ਕਿੰਨੀ ਅੰਦਰ ਪਊਗੀ ਆਹ ਇਨਰ ਕੋਰ। ਇਹਦਾ ਆਪਾਂ ਕਨਕਲੂਜਨ ਕਿੱਦਾਂ ਕੱਢਿਆ ਕਿ ਦੇਖੋ ਕਿੱਥੋਂ ਦੀ ਲੈ ਕੇ ਕਿੱਥੇ ਤੱਕ ਆਪਣੀ ਰੀਡਿੰਗਸ ਨਹੀਂ ਆ ਰਹੀਆਂ, ਤੇ ਆਪਾਂ ਉਦਾਂ ਧਰਤੀ ਦੇ ਅੰਦਰ ਜੇ ਤਰੰਗਾ ਫਿਜ਼ਿਕਸ ਲੈਬ 'ਚ ਆਪਾਂ ਬਣਾਉਣੀਆਂ ਸ਼ੁਰੂ ਕੀਤੀਆਂ, ਤਾਂ ਆਪਾਂ ਨੂੰ ਪਤਾ ਚੱਲਿਆ ਕਿ ਅੱਛਾ ਇਸ ਤੋਂ ਇਸ ਡਿਗਰੀ ਦੇ ਅੰਦਰ ਤਰੰਗਾ ਨਹੀਂ ਆ ਰਹੀਆਂ, ਤਾਂ ਧਰਤੀ ਦੇ ਅੰਦਰ ਜਾ ਕੇ ਕੁਝ ਇਸ ਲੈਵਲ ਤੇ ਲੇਅਰ ਹੋਣੀ ਚਾਹੀਦੀ ਹੈ ਜਿੱਥੇ ਤੁਹਾਡੇ ਇਹ ਲਿਕੁਇਡ ਹੋਊਗੀ, ਤਰਲ ਹੋਊਗੀ। ਤਾਂ ਇਸੇ ਤੋਂ ਆਪਾਂ ਜਿਹੜਾ ਡਾਇਗਰਾਮ ਬਣਾਇਆ ਉਹਦੇ ਬਾਰੇ ਮੈਂ ਹੁਣ ਇੱਕ ਦੋ ਵਾਰ ਡਾਇਗਰਾਮ ਤੇ ਜਾਊਂਗਾ, ਬਸ ਆਹ ਇੱਕ ਚੀਜ਼ ਦੱਸਦਾ। ਦੇਖੋ ਜਦੋਂ ਥੋੜਾ ਭੂਚਾਲ ਆਉਂਦਾ, ਭੂਚਾਲ ਦਾ ਹਮੇਸ਼ਾ ਜਿਹੜਾ ਸੈਂਟਰ ਹੁੰਦਾ, ਹੁਣ ਜਦੋਂ ਪਲੇਟਾਂ ਹਿਲਦੀਆਂ ਉਦੋਂ ਭੂਚਾਲ ਆਉਂਦੇ ਆ,
ਪਰ ਜਦ ਵੀ ਤੁਹਾਡਾ ਪਲੇਟਾਂ ਹਿੱਲਣਗੀਆਂ, ਭੂਚਾਲ ਆਣਗੇ, ਇਹਦਾ ਜਿਹੜਾ ਸੈਂਟਰ ਹੋਊਗਾ ਉਹ ਹਮੇਸ਼ਾ ਧਰਤੀ ਦੇ ਅੰਦਰ ਹੋਊਗਾ। ਠੀਕ ਹੈ, ਜਿਹੜਾ ਧਰਤੀ ਦੇ ਅੰਦਰ ਜਿੱਥੋਂ ਭੂਚਾਲ ਸ਼ੁਰੂ ਹੋਇਆ, ਇਹ ਸਾਰਾ ਦੇ ਸਾਰਾ ਆਸ-ਪਾਸ ਇਹ ਤਰੰਗਾਂ ਫੈਲਣੀਆਂ ਸ਼ੁਰੂ ਹੋਈਆਂ, ਉਸ ਜਗ੍ਹਾ ਨੂੰ ਕਹਿੰਦੇ ਆ ਫੋਕਸ। ਤੇ ਇਹਦੇ ਜਮਾਂ ਉੱਤੇ ਧਰਤੀ ਦੀ ਸਤ੍ਹਾ ਤੇ ਜਿੱਥੇ ਆਪਾਂ ਰਹਿੰਦੇ ਆ, ਉੱਥੇ ਇਸ ਚੀਜ਼ ਨੂੰ ਕਹਿੰਦੇ ਆ ਐਪੀਸੈਂਟਰ ਜਾਂ ਭੂਚਾਲ ਦਾ ਕੇਂਦਰ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ। ਠੀਕ ਹੈ, ਤੇ ਇਹ ਨਾਮ ਯਾਦ ਰੱਖਿਓ ਕਿ ਫੋਕਸ ਅੰਦਰ ਹੁੰਦਾ, ਐਪੀਸੈਂਟਰ ਬਾਹਰ ਹੁੰਦਾ ਹੈ, ਜਿਹਨੂੰ ਭੂਚਾਲ ਦਾ ਕੇਂਦਰ ਕਹਿੰਦੇ ਆ। ਉਹ ਧਰਤੀ ਦੇ ਉੱਤੇ ਹੁੰਦਾ, ਫੋਕਸ ਅੰਦਰ ਹੁੰਦਾ। ਠੀਕ ਹੈ, ਤੇ ਇਸ ਚੀਜ਼ ਨੂੰ ਯਾਦ ਰੱਖਿਓ। ਬਾਕੀ ਚੀਜ਼ਾਂ ਜੋ ਹੈ ਆਪਾਂ ਮੇਨ ਜੀਓਗ੍ਰਾਫੀ ਵਿੱਚ ਪੜਾਂਗੇ, ਉੱਥੇ ਮੈਂ ਜ਼ਿਆਦਾ ਡਿਟੇਲ ਡਾਇਗਰਾਮ ਨਾਲ ਸਮਝਾਉਂਗਾ ਇਹ। ਤਾਂ ਆਪਾਂ ਇਹ ਡਾਇਗਰਾਮ ਕਨਕਲੂਡ ਕੱਢਿਆ ਕਿ ਦੇਖੋ ਜਦੋਂ ਆਪਣਾ ਐਸ ਵੇਵ ਜੇ ਇੱਥੇ ਆਪਣਾ ਭੂਚਾਲ ਆਇਆ, ਐਸ ਵੇਵ ਜਿਹੜੀ ਵੀ ਇਦਾਂ ਪਹਿਲਾਂ ਤਾਂ ਜਾਂਦੀ ਜਾ ਰਹੀ ਸੀ ਸਾਰੀ ਜਗ੍ਹਾ ਤੇ ਆਪਣੀ ਰੀਡਿੰਗ ਵੀ ਆਉਂਦੀ ਜਾ ਰਹੀ ਸੀ। ਦੇਖੋ ਆਹ ਜੋ ਮੈਂ ਡਾਇਗਰਾਮ ਕਹਿ ਰਿਹਾ, ਇਹ 2D ਡਾਇਗਰਾਮ ਹੈ, ਇਹਨੂੰ 3D ਇਮੇਜਿਨ ਕਰੋ। ਇੱਥੇ ਉੱਤੇ ਭੂਚਾਲ ਆਇਆ ਤੇ ਇਹ ਸਾਰੀ ਜਗ੍ਹਾ ਅੰਦਰੋਂ ਫੈਲ ਰਿਹਾ, ਤਾਂ ਪੂਰਾ ਗੋਲ ਅਰਥ ਤੇ ਫੈਲ ਰਿਹਾ। ਤਾਂ ਧਰਤੀ ਦੇ ਇੱਕ ਪੂਰਾ ਇਦਾਂ ਦਾ ਕੋਨਾ ਬਣੂਗਾ, ਇੱਕ ਆਹ ਕੜਾ ਲਗਾ ਲੈਂਦੇ ਆ, ਇੱਕ ਕੜੇ ਦਾ ਇੱਕ ਪੂਰਾ ਐਂਗਲ ਬਣ ਜਾਊਗਾ, ਜੀ ਤੋਂ ਬਾਅਦ ਇਹ ਧਰਤੀ ਦੀਆਂ ਵੇਵਸ ਥੱਲੇ ਦਿਖ ਨਹੀਂ ਰਹੀਆਂ। ਮਤਲਬ ਆਹ ਉੱਤੇ ਤੁਸੀਂ ਆਹ ਗੋਲਾ ਲਗਾ ਲਓ, ਇੱਥੇ ਭੂਕੰਪ ਆਇਆ, ਇਹ ਹਰ ਜਗ੍ਹਾ ਅੰਦਰ ਫੈਲ ਰਿਹਾ। ਪਰ ਆਹ ਥੱਲੇ ਇਹਦਾ ਹਿੱਸਾ ਲਗਾ ਲਓ, ਵਿੱਚ ਕਿੱਦਾਂ ਦੀ ਪੱਟੀ ਬਣ ਗਈ ਜਿੱਥੇ ਕੋਈ ਵੀ ਇਨਸਟਰੂਮੈਂਟ ਹਿੱਲਿਆ ਹੀ ਨਹੀਂ। ਉਹਦਾ ਕਾਰਨ ਇਹੀ ਹੈ ਕਿ ਜਿਵੇਂ ਹੀ ਇਹ ਅੰਦਰ ਵਾਲੇ ਕੋਰ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਪਿਘਲਿਆ ਹੋਇਆ, ਇਹ ਇਹਦੇ ਕੰਟੈਕਟ ਵਿੱਚ ਆਇਆ, ਇਹ ਆਖਰੀ ਐਂਗਲ ਬਣਿਆ ਇਸ ਪਾਸੇ। ਇਦੋਂ ਬਾਅਦ ਜਿਹੜੀ ਵੀ ਤਰੰਗ ਇਹਦੇ ਵੱਲ ਗਈ, ਉਹ ਸਾਰੀ ਦੀ ਸਾਰੀ ਮੁੜ ਰਹੀ ਸੀ। ਜਿਹੜੀ ਇਹ ਤੋਂ ਅੱਗੇ ਜਾਣੀਆਂ ਸੀ, ਉਹ ਸਾਰੀ ਦੀ ਸਾਰੀ ਮੁੜ ਰਹੀਆਂ ਸੀ। ਤਾਂ ਇਸ ਵੇਵ ਤਾਂ ਇਹ ਤੋਂ ਅੱਗੇ ਜਾ ਹੀ ਨਹੀਂ ਪਾਈ। ਠੀਕ ਹੈ, ਤਾਂ ਆਹ ਜਿੰਨਾ ਧਰਤੀ ਦਾ ਥੱਲੇ ਏਰੀਆ 103 ਤੋਂ 103 ਡਿਗਰੀ, ਆਹ ਮਤਲਬ ਜੇ ਮੈਂ ਤੁਹਾਨੂੰ ਦੱਸਿਆ, ਜਿਵੇਂ ਆਹ ਦੋਨੋਂ ਪਾਸੇ ਮੈਂ 90 ਡਿਗਰੀ ਬਣਾ ਦਾਂ। ਠੀਕ ਹੈ, ਇਹ ਤੋਂ ਅੱਗੇ ਅੱਗੇ ਜਿਵੇਂ ਮੈਂ ਆਪਾਂ ਐਂਗਲ ਬਣਾਉਂਦੇ ਜਾਂਦੇ ਸੀ, ਜਿਹੜਾ 103 ਡਿਗਰੀ ਐਂਗਲ ਬਣੂਗਾ ਧਰਤੀ ਦੇ ਚਾਰੋਂ ओर ਗੋਲਾ ਇਮੇਜਿਨ ਕਰ ਲਓ 103 ਡਿਗਰੀ ਦਾ। ਇਹ ਤੋਂ ਬਿਯੋਂਡ ਕਿਤੇ ਵੀ ਤੁਹਾਡੀ ਐਸ ਵੇਵ ਮਿਲਦੀ ਹੀ ਨਹੀਂ ਆ। ਇਸ ਕਾਰਨ ਕਿਉਂਕਿ ਇੱਥੇ ਕੋਈ ਇਨਸਟਰੂਮੈਂਟ ਐਸ ਵੇਵ ਦਾ ਜਿਹੜਾ ਹਿੱਸਾ ਹੋਊਗਾ, ਐਸ ਵੇਵ ਦੀ ਜਿਹੜੀ ਡੰਡੀ ਹੋਊਗੀ ਇਨਸਟਰੂਮੈਂਟ ਤੇ, ਉਹ ਹਿੱਲੂਗੀ ਨਹੀਂ, ਤਾਂ ਉਹ ਬਿਲਕੁਲ ਸਿੱਧੀ ਖੜੀ ਹੋਈ ਆ। ਇਸ ਕਾਰਨ ਆਪਾਂ ਇਸ ਪੂਰੇ ਏਰੀਆ ਨੂੰ ਕਹਿ ਦਿੰਦੇ ਹਾਂ ਕਿ ਐਸ ਵੇਵ ਦਾ ਸ਼ੈਡੋ ਜ਼ੋਨ ਹੈ। ਠੀਕ ਹੈ, ਸ਼ੈਡੋ ਜ਼ੋਨ ਹੈ। ਸ਼ੈਡੋ ਜ਼ੋਨ ਦਾ ਮਤਲਬ ਪਰਛਾਈ ਆ ਗਈ ਨਾ, ਕਿ ਮਤਲਬ ਪਰਛਾਈ, ਯਾਨੀ ਕਿ ਪਰਛਾਈ ਨਾਮ ਇਹਨੂੰ ਇਸ ਲਈ ਦਿੱਤਾ ਹੋਇਆ ਹੈ ਕਿ ਕੋਈ ਵੀ ਸ਼ੈਡੋ ਨਾਮ ਇਹਨੂੰ ਇਸ ਲਈ ਦਿੱਤਾ ਹੋਇਆ ਕਿ ਇੱਥੇ ਕੋਈ ਵੀ ਡਿਟੈਕਸ਼ਨ ਨਹੀਂ ਹੋ ਰਹੀ। ਠੀਕ ਹੈ, ਤਾਂ ਆਪਣੇ ਸਾਰੇ ਇਨਸਟਰੂਮੈਂਟ ਬਿਲਕੁਲ ਸ਼ਾਂਤ ਪਏ ਹੋਏ ਆ। ਦੂਜੇ ਪਾਸੇ ਮੈਂ ਗੱਲ ਕਰਾਂ ਪੀ ਵੇਵ ਦੀ, ਪੀ ਤਰੰਗਾਂ ਦੀ, ਇਹਦੇ ਵਿੱਚ ਕੀ ਹੈ ਕਿ ਆਹ ਜਿਹੜੇ ਹੈਗੇ ਆ ਨਾ, ਇੱਥੇ ਵੀ ਆਹ 103 ਤੱਕ ਤਾਂ ਗਏ, ਇੱਥੇ ਤੱਕ ਤਾਂ ਧਰਤੀ, ਕਿਉਂਕਿ ਜਿਹੜੀ ਆਹ ਇਨਰ ਕੋਰ ਹੈ ਇਹਦੇ ਕਾਰਨ ਹੀ ਫਰਕ ਪੈ ਰਿਹਾ ਨਾ, ਤਾਂ 103 ਤੱਕ ਤਾਂ ਬਿਲਕੁਲ ਠੀਕ ਜਾ ਰਹੇ ਆ। ਸਾਰੀ ਵੇਵਸ ਇਦਾਂ ਫੈਲ ਰਹੀਆਂ ਧਰਤੀ ਤੇ, ਜਿੰਨੀਆਂ ਵੀ ਫੈਲਾਣੀਆਂ ਚਾਰੋਂ ਫੈਲ ਰਹੀਆਂ। 103 ਤੋਂ ਬਾਅਦ ਜਿਹੜੀ ਅਗਲੀ ਵੇਵ ਸੀ, ਜਿਹੜੀ ਇੱਥੇ ਹੋਰ ਅੱਗੇ ਨੂੰ ਜਾਣੀ ਸੀ, ਇੱਥੇ ਪਹੁੰਚਣੀ ਚਾਹੀਦੀ ਸੀ, ਇਹ ਜਿਵੇਂ ਹੀ ਇਨਰ ਕੋਰ, ਆਊਟਰ ਕੋਰ ਨੂੰ ਸੌਰੀ ਐਂਟਰ ਕੀਤੀ, ਬਾਹਰਲੇ ਕੋਰ ਨੂੰ ਐਂਟਰ ਕੀਤੀ, ਇਹ ਨਾਲ ਦੀ ਨਾਲ ਰਿਫਰੈਕਟ ਹੋਈ, ਕਿਸੇ ਹੋਰ ਪਾਥ ਤੇ ਚੱਲ ਪਈ। ਦੇਖੋ ਇਸ ਪਾਸੇ ਜਾ ਰਹੀ ਸੀ, ਰਿਫਰੈਕਟ ਹੋਈ, ਦਿਸ਼ਾ ਮੁੜ ਗਈ, ਇਸ ਸਾਈਡ ਤੇ ਆਈ, ਹੁਣ ਇਹਨੂੰ ਐਗਜ਼ਿਟ ਕਰ ਰਹੀ ਹੈ, ਫਿਰ ਉਹਦੀ ਡਾਇਰੈਕਸ਼ਨ ਬਦਲ ਗਈ। ਤਾਂ ਜਿਹੜੀ ਵਾਰ-ਵਾਰ ਇਹਦੀ ਦਿਸ਼ਾ ਬਦਲ ਰਹੀ, ਇਹਦੇ ਕਾਰਨ ਵਿੱਚ ਇੱਕ ਏਰੀਆ ਆ ਜਾਂਦਾ ਦੋਨੋਂ ਪਾਸੇ। ਠੀਕ ਹੈ, ਆ ਪੂਰੀ ਇੱਕ ਪੱਟੀ ਬਣ ਜੂਗੀ ਜਿੱਥੇ ਆਪਣੀ ਪੀ ਵੇਵ ਲਈ ਵੀ ਜਿਹੜਾ ਇਨਸਟਰੂਮੈਂਟ ਉਹ ਨਹੀਂ ਹਿੱਲਣਗੇ। ਤਾਂ 103 ਤੋਂ ਲੈ ਕੇ 150 ਤੱਕ ਆ ਦੇਖੋ, ਇੱਥੇ ਰਿਫਲੈਕਟ ਹੋ ਕੇ ਵਾਪਸ ਆ ਥੱਲੇ ਵਾਲੇ ਹਿੱਸੇ 'ਚ ਇਹ ਫਿਰ ਪਹੁੰਚ ਜਾਂਦੀ ਆ। ਐਸ ਵੇਵ ਨਹੀਂ ਪਹੁੰਚਦੀ ਕਿਉਂਕਿ ਇਸ ਤਰਲ ਚੀਜ਼ ਦੇ ਥਰੂ ਜਾ ਹੀ ਨਹੀਂ ਸਕਦੀ। ਅੱਜ ਜਾ ਸਕਦੀ ਹੈ, ਬਸ ਇਹਦੀ ਦਿਸ਼ਾ ਮੁੜ ਜਾਂਦੀ ਹੈ। ਇਸ ਕਾਰਨ ਇਹ ਦਿਸ਼ਾ ਮੋੜ ਕੇ ਆ ਥੱਲੇ ਤਾਂ ਪਹੁੰਚ ਗਈ, ਪਰ ਆ ਵਿੱਚ ਵਾਲਾ ਏਰੀਆ 103 ਤੋਂ ਲੈ ਕੇ 150 ਤੱਕ। ਦੇਖੋ ਇਹ ਕਿਤਾਬਾਂ 'ਚ ਕਈ ਵਾਰੀ ਅੱਡ ਵੀ ਹੁੰਦਾ, ਕਈ ਵਾਰੀ 104, 105 ਜਾਂ 103 ਇਹਨਾਂ ਵਿੱਚੋਂ ਆਹ ਕੋਈ ਵੀ ਦਿੱਤਾ ਹੋਊਗਾ। ਇੱਥੇ ਆ ਜਿਹੜਾ 150 ਦਿੱਤਾ, ਇਹ 143, 145 ਤੇ 150 ਵਿੱਚੋਂ ਕੋਈ ਵੀ ਦਿੱਤਾ ਹੁੰਦਾ, ਕਿਉਂਕਿ ਧਰਤੀ ਕੋਈ ਇੱਕ ਫਿਕਸ ਲਾਈਨ ਨਹੀਂ ਹੈ। ਧਰਤੀ ਦੇ ਅੰਦਰ ਕਿਹੜਾ ਕੋਈ ਇੱਕ ਲੇਅਰ ਦੀ ਬਸ ਲਿਮਿਟ ਹੈ ਕਿ ਬਸ ਆਹੀ ਲਾਈਨ ਹੈ। ਧਰਤੀ ਦੇ ਅੰਦਰ ਵੀ ਲਾਈਨਾਂ ਉੱਤੇ ਥੱਲੇ ਹੁੰਦੀਆਂ, ਇਸੇ ਕਾਰਨ ਇੱਥੇ ਵੀ ਲਾਈਨਾਂ ਉੱਤੇ ਥੱਲੇ ਮਤਲਬ ਇਹ ਡਿਗਰੀ ਉੱਤੇ ਥੱਲੇ ਹੋ ਸਕਦੀ ਹੈ, ਤਾਂ ਕਿਤਾਬ ਤੋਂ ਕਿਤਾਬ ਹਰ ਜਗ੍ਹਾ ਵੇਰੀ ਕਰ ਸਕਦਾ ਹੈ। ਤਾਂ ਇੱਥੇ 103 ਤੋਂ 150 ਦੇ ਵਿੱਚ ਕੋਈ ਨਹੀਂ ਡਿਟੈਕਟ ਹੋਏ, ਇਹਨਾਂ ਨੂੰ ਆਪਾਂ ਪੀ ਵੇਵ ਦਾ ਸ਼ੈਡੋ ਜ਼ੋਨ ਕਹਿ ਦਿੰਦੇ ਹਾਂ ਦੋਨੋਂ ਪਾਸੇ। ਮਤਲਬ ਆਹ ਪੂਰੀ ਬੈਲਟ ਬਣ ਗਈ ਨਾ, ਇੱਕ ਆਹ ਬੈਲਟ ਹੋ ਗਈ, ਇਹਨੂੰ ਹੁਣ ਧਰਤੀ ਦੇ ਚਾਰੋਂ ओर ਇਸ ਬੈਲਟ ਨੂੰ ਮੰਨ ਲਓ, ਇਹਦੇ ਵਿੱਚ ਹੁਣ ਕੋਈ ਵੇਵ ਨਹੀਂ ਇਨ ਏਰੀਆ ਵਿੱਚ ਡਿਟੈਕਟ ਹੋ ਜਾਏ, ਇਹਨੂੰ 3D ਵਿੱਚ ਮੰਨਾ।
ठीक है। सिर्फ देखो इको वेव रिफ्रैक्ट नहीं हुंदी, ਜਿਹੜੀ ਵੇਵ ਬਿਲਕੁਲ ਸਿੱਧੀ ਆਂਦੀ ਹੈ ਨਾ, ਜਦ ਵੀ ਕੋਈ ਵੇਵ ਬਿਲਕੁਲ ਸਿੱਧੀ ਆਂਦੀ ਹੈ, ਜਿਵੇਂ ਹਵਾ ਤੋਂ ਜੇ ਪਾਣੀ ਵਿੱਚ ਵੀ ਗਈ, ਉਹ ਵੀ ਵੇਵ ਬਿਲਕੁਲ ਸਿੱਧੀ ਜਾਂਦੀ ਜਾਊਗੀ, ਪਰ ਸ਼ਰਤ ਇਹੀ ਹੈ ਉਹਨੂੰ ਬਿਲਕੁਲ ਸਿੱਧਾ ਹੋਣਾ ਚਾਹੀਦਾ। ਠੀਕ ਹੈ, ਆ ਮੇਰੀ ਸਿੱਧੀ ਵੇਵ ਨਹੀਂ ਬਣੀ ਵੈਸੇ, ਪਰ ਜੇ ਸਿੱਧੀ ਵੇਵ ਹੋਗੀ ਉਹ ਰਿਫਰੈਕਟ ਨਹੀਂ ਹੋਗੀ, ਉਹ ਬਿਲਕੁਲ ਸਿੱਧੀ ਨਿਕਲ ਜਾਂਦੀ ਹੈ। ਤੇ ਇਹੀ ਕਾਰਨ ਹੈ ਜਿਹੜੀ ਆ ਸਭ ਤੋਂ ਦੂਰ ਹੋਣੀ ਚਾਹੀਦੀ ਸੀ, ਬਿਲਕੁਲ ਆਪੋਜ਼ਿਟ ਪੁਆਇੰਟ, ਇੱਥੇ ਬਹੁਤ ਛੇਤੀ ਰੀਡਿੰਗ ਆ ਜਾਊਗੀ। ਠੀਕ ਹੈ, ਧਰਤੀ ਦੇ ਕਿਤੇ ਵੀ ਕੋਈ ਅਰਥਕੁਏਕ ਆਇਆ, ਇੱਦਾਂ ਹੀ ਬਣਨੀਆਂ ਸ਼ੁਰੂ ਹੋਣਗੀਆਂ। ਠੀਕ ਹੈ, ਜਿਸ ਮਰਜ਼ੀ ਸਾਈਡ ਤੋਂ ਲਗਾ ਲਓ, ਉਸੇ ਤਰੀਕੇ ਦੀ ਲਾਈਨਾਂ ਬਣਨੀ ਸ਼ੁਰੂ ਹੋ ਜਾਣਗੀਆਂ। ਠੀਕ ਹੈ, ਕਲੀਅਰ ਹੈ ਇਹ ਡਾਇਗਰਾਮ ਇੱਦਾਂ। ਹੁਣ ਭੂਚਾਲ ਨੂੰ ਆਪਾਂ ਦੋ ਤਰੀਕੇ ਨਾਲ ਪੜ੍ਹਦੇ ਹਾਂ, ਇੱਕ ਹੁੰਦਾ ਤੁਹਾਡਾ ਮੈਗਨੀਟਿਊਡ ਤੇ ਦੂਜਾ ਹੁੰਦਾ ਇੰਟੈਂਸਿਟੀ। ਦੇਖੋ ਮੈਗਨੀਟਿਊਡ ਦਾ ਮਤਲਬ ਕੀ ਹੁੰਦਾ, ਕਈ ਵਾਰੀ ਤੁਸੀਂ ਅਖਬਾਰਾਂ ਵਿੱਚ ਤੇ ਨਿਊਜ਼ ਵਿੱਚ ਵੀ ਸੁਣਦੇ ਹੋ ਕਿ ਜਿਹੜਾ ਰਿਕਟਰ ਸਕੇਲ ਹੈ, ਇਹ ਰਿਕਟਰ ਸਕੇਲ ਤੇ ਮੈਗਨੀਟਿਊਡ ਦੇਖਿਆ ਜਾਂਦਾ ਹੈ। ਠੀਕ ਹੈ, ਦੇਖੋ ਪੰਜਾਬੀ ਵਿੱਚ ਇਹ ਦੋਨਾਂ ਨੂੰ ਹੀ ਤਿੱਬਰਤਾ ਕਹਿ ਦਿੰਦੇ ਆ, ਤਾਂ ਹੀ ਮੈਂ ਦੋਨੋਂ ਵਰਡ ਵੀ ਇੱਥੇ ਲਿਖਤੇ, ਪੰਜਾਬੀ ਦੋਨਾਂ ਨੂੰ ਹੀ ਤਿੱਬਰਤਾ ਕਹਿ ਦਿੰਦੇ ਆ, ਮੈਗਨੀਟਿਊਡ ਨੂੰ ਵੀ ਤੇ ਇੰਟੈਂਸਿਟੀ ਨੂੰ ਵੀ। ਇਸ ਲਈ ਮੈਂ ਇੰਗਲਿਸ਼ ਦੇ ਸ਼ਬਦ ਵੀ ਇੱਥੇ ਲਿਖਤੇ ਆ ਕਿ ਮੈਗਨੀਟਿਊਡ ਅੱਡ ਚੀਜ਼ ਹੈ, ਇੰਟੈਂਸਿਟੀ ਅੱਡ ਚੀਜ਼ ਹੈ। ਹੁਣ ਜਿਹੜਾ ਮੈਗਨੀਟਿਊਡ ਹੈ ਇਹ ਰਿਕਟਰ ਸਕੇਲ ਤੇ ਮੈਜ਼ਰ ਕੀਤਾ ਜਾਂਦਾ ਹੈ। ਮੈਗਨੀਟਿਊਡ ਦਾ ਮਤਲਬ ਹੁੰਦਾ ਹੈ ਕਿ ਧਰਤੀ ਕਿੰਨੀ ਹਿੱਲੀ ਹੈ, ਕੋਈ ਪਲੇਟ ਹੈ ਉਹ ਕਿੰਨੀ ਕੋ ਹਿੱਲ ਗਈ, ਕਿੰਨੀ ਕੋ ਦੂਰ ਹਿੱਲ ਗਈ, ਕਿੰਨੀ ਅਚਾਨਕ ਹਿੱਲੀ ਹੈ, ਉਹਨੂੰ ਆਪਾਂ ਮੈਗਨੀਟਿਊਡ ਕਹਿੰਦੇ ਹਾਂ। ਠੀਕ ਹੈ, ਕਈ ਵਾਰੀ ਆਪਾਂ ਅਖਬਾਰਾਂ 'ਚ ਇਹੀ ਸੁਣਦੇ ਹਾਂ ਮੈਗਨੀਟਿਊਡ 5 ਦਾ ਅਰਥਕੁਏਕ ਆਇਆ, ਮੈਗਨੀਟਿਊਡ 8 ਦਾ ਅਰਥਕੁਏਕ ਆਇਆ, ਇਦਾਂ ਦੇ ਅਰਥਕੁਏਕ। ਇੰਟੈਂਸਿਟੀ ਜਿਹੜੀ ਚੀਜ਼ ਹੈ ਨਾ, ਇਹ ਤਬਾਹੀ ਨੂੰ ਦੇਖਦੀ ਹੈ, ਕਿੰਨੀ ਤਬਾਹੀ ਫੈਲੀ ਹੈ। ਠੀਕ ਹੈ, ਤਾਂ ਇਹਦਾ ਕੀ ਹੁੰਦਾ ਹੈ ਕਿ ਦੇਖੋ ਜਿੱਥੇ ਜਿਹੜਾ ਤਾਂ ਐਪੀ ਸੈਂਟਰ, ਜਿੱਥੇ ਦਾ ਭੂਚਾਲ ਆਇਆ ਉੱਥੇ ਤਾਂ ਸਭ ਤੋਂ ਜ਼ਿਆਦਾ ਤਬਾਹੀ ਹੋਊਗੀ, ਪਰ ਜਿੰਨਾ ਜਿੰਨਾ ਆਪਾਂ ਸਰਫੇਸ ਤੇ ਦੂਰ ਜਾਣੇ ਜਾਂਦੇ, ਜਿਵੇਂ ਆਪਾਂ ਕਈ ਵਾਰੀ ਸੁਣਦੇ ਹਾਂ ਅਫਗਾਨਿਸਤਾਨ 'ਚ ਭੂਕੰਪ ਆਇਆ ਸੀ, ਆਪਣੇ ਕਈ ਵਾਰੀ ਥੋੜਾ ਬਹੁਤਾ ਬਿਲਡਿੰਗਸ ਹਿਲਦੀਆਂ, ਕੁਰਸੀਆਂ ਹਿਲਦੀਆਂ, ਪਰ ਆਪਣੇ ਤਬਾਹੀ ਕੋਈ ਨਹੀਂ ਮਚਦੀ। ਪਰ ਅਫਗਾਨਿਸਤਾਨ ਦੀ ਖਬਰ ਪੜੋਗੇ ਉੱਥੇ ਪੂਰੀ ਤਬਾਹੀ ਮਚੀ ਹੋਈ ਹੈ। ਤਾਂ ਜਦੋਂ ਮੈਂ ਇਦਾਂ ਇੰਟੈਂਸਿਟੀ ਦੀ ਗੱਲ ਕਰੂੰਗਾ ਤਾਂ ਅਫਗਾਨਿਸਤਾਨ ਜਿੱਥੇ ਅਰਥਕੁਏਕ ਆਇਆ ਸੀ, ਭੂਚਾਲ ਆਇਆ ਸੀ, ਉੱਥੇ ਇੰਟੈਂਸਿਟੀ ਬਹੁਤ ਜ਼ਿਆਦਾ ਹੋਊਗੀ। ਤੇ ਜਿੰਨੀ ਆਪਾਂ ਦੂਰ ਜਾਈ ਜਾਵਾਂਗੇ ਇੰਟੈਂਸਿਟੀ ਆਪਣੀ ਘਟਦੀ ਜਾਊਗੀ, ਜਿੰਨੀ ਦੂਰੀ ਹੋਊਗੀ ਇੰਟੈਂਸਿਟੀ ਘਟਦੀ ਜਾਂਦੀ। ਮੈਗਨੀਟਿਊਡ ਸਿਰਫ ਧਰਤੀ ਦੇ ਹਿੱਲਣ ਨੂੰ ਦੇਖਿਆ ਜਾਂਦਾ, ਇਹਦਾ ਦੂਰੀ ਨਾਲ ਕੁਝ ਲੈਣਾ ਦੇਣਾ ਨਹੀਂ ਹੈ। ਠੀਕ ਹੈ, ਤਾਂ ਆਪਾਂ ਜਦੋਂ ਇੰਡੀਆ ਵਿੱਚ ਵੀ ਬਹਿ ਕੇ ਉਹ ਰੀਡਿੰਗਸ ਨੂੰ ਪੜ੍ਹ ਰਹੇ ਹਾਂ, ਭਾਰਤ ਵਿੱਚ ਵੀ ਬਹਿ ਕੇ ਉਹ ਰੀਡਿੰਗਸ ਨੂੰ ਪੜ੍ਹ ਰਹੇ ਹਾਂ, ਜੇ ਅਫਗਾਨਿਸਤਾਨ ਵਿੱਚ ਲੈਟਸ ਸਪੋਜ਼ 7 ਮੈਗਨੀਟਿਊਡ ਦਾ ਅਰਥਕੁਏਕ ਆਇਆ ਸੀ ਤਾਂ 7 ਦੀ ਰੀਡਿੰਗ ਆ ਜਾਊਗੀ ਆਪਾਂ ਨੂੰ। ਠੀਕ ਹੈ, ਇਹ ਜਿਹੜੀ ਇੰਟੈਂਸਿਟੀ ਦੀ ਰੀਡਿੰਗ ਹੈ, ਇਸ ਨੂੰ ਮੋਡੀਫਾਈਡ ਮਰਕੈਂਟਲੀ ਸਕੇਲ ਤੇ ਜਾਂ ਰੋਜ਼ੀ ਫੋਰਲ ਤੇ ਪੜਿਆ ਜਾਂਦਾ ਹੈ। ਠੀਕ ਹੈ, ਰੋਜ਼ੀ ਫੋਰਲ ਸਕੇਲ ਕਹਿ ਲਓ, ਤਾਂ ਰੋਜ਼ੀ ਫੋਰਲ ਜਾਂ ਮੋਡੀਫਾਈਡ ਮਰਕੈਂਟਲੀ ਸਕੇਲ ਜਿਹੜਾ ਹੈਗਾ, ਇਹ ਦੋਨਾਂ ਤੇ, ਇਹ ਦੋ ਸਕੇਲ ਹੈ ਇਹਦੇ ਲਈ ਬਣੇ ਹੋਏ। ਠੀਕ ਹੈ, ਇਹਦੇ ਲਈ ਸਿਰਫ ਇੱਕੋ ਬਣਿਆ ਹੋਇਆ, ਇਹ ਤੁਹਾਨੂੰ ਸਕੇਲ ਯਾਦ ਕਰਨੇ ਜ਼ਰੂਰੀ ਹੈ ਤੇ ਕਿਹੜੀ ਚੀਜ਼ ਲਈ ਇਹ ਯੂਜ਼ ਹੁੰਦੇ ਆ। ਇਹ ਪੇਪਰ ਡਾਇਰੈਕਟ ਕੁਐਸਚਨ ਆ ਜਾਂਦਾ ਹੁੰਦਾ ਹੈ, ਤੇ ਬਹੁਤ ਹੀ ਸੌਖਾ ਕੁਐਸਚਨ ਹੈ ਜੇ ਆਪਾਂ ਨੂੰ ਆਂਦਾ, ਜੇ ਨਹੀਂ ਆਂਦਾ ਤਾਂ ਫਿਰ ਆਪਾਂ ਨੂੰ ਲੱਗੂਗਾ ਕਿ ਇੰਨੇ ਸਕੇਲ ਕੌਣ ਯਾਦ ਕਰੂਗਾ, ਪਰ ਚੀਜ਼ ਸੌਖੀ ਹੈ, ਬਸ ਇੱਕ ਵਾਰੀ ਧਿਆਨ ਨਾਲ ਸੁਣਨ ਵਾਲੀ ਹੈ। ਹੁਣ ਦੇਖੋ ਆਪਣਾ ਭਾਰਤ ਕਿੱਦਾਂ ਬਣਿਆ ਸੀ, ਆ ਇੱਥੇ ਨਾਲ ਲਾਈਵ ਡਾਇਗਰਾਮ ਵੀ ਹੈ, ਪਰ ਮੈਨੂੰ ਨਾਲ ਪਹਿਲਾਂ ਇੱਥੇ ਸਮਝਾ ਦਿੰਨਾ, ਫਿਰ ਤੁਸੀਂ ਆ ਡਾਇਗਰਾਮ ਨੂੰ ਸਮਝ ਲਓਗੇ। ਦੇਖੋ ਆਪਣਾ ਭਾਰਤ ਜਿਹੜਾ ਓਰੀਜਨਲੀ ਸੀਗਾ ਨਾ, ਆਪਣਾ ਭਾਰਤ ਸਿਰਫ ਇੰਨਾ ਕੁ ਸੀ। ਦੂਜੇ ਪਾਸੇ ਯੂਰੇਸ਼ੀਆ ਦੀ ਪਲੇਟ, ਜਿੱਥੇ ਚਾਈਨਾ, ਇਹ ਸਾਰਾ ਇਲਾਕਾ, ਠੀਕ ਹੈ, ਉੱਤੇ ਲਿਖਿਆ ਹੋਇਆ ਯੂਰੇਸ਼ੀਆ ਤੇ ਆਪਣਾ ਇੰਡੀਆ। ਠੀਕ ਹੈ, ਡਾਇਗਰਾਮ ਲੱਭ ਕਰਦਾ ਹਾਂ। ਤਾਂ ਹੋਇਆ ਕਿ ਆਪਣੇ ਵਿੱਚ ਜਦੋਂ ਆਪਣਾ ਭਾਰਤ ਨਾ ਹੌਲੀ ਹੌਲੀ, ਆਪਣੇ ਭਾਰਤ ਦੀ ਜਿਹੜੀ ਟੈਕਟੋਨਿਕ ਪਲੇਟ ਹੈ ਉਹ ਹੌਲੀ ਹੌਲੀ ਯੂਰੇਸ਼ੀਆ ਵੱਲ ਵੱਧਦੀ ਗਈ ਆ। ਯੂਰਪ ਤੇ ਏਸ਼ੀਆ ਜੁੜਿਆ ਹੋਇਆ, ਉਹਨੂੰ ਜੋੜ ਕੇ ਬੋਲ ਦਿੰਦੇ ਯੂਰੇਸ਼ੀਆ। ਤਾਂ ਜਦੋਂ ਆਪਣਾ ਭਾਰਤ ਇੱਥੇ ਵਿੱਚ ਮੂਵ ਕਰਦਾ ਜਾ ਰਿਹਾ ਸੀ, ਪਹਿਲਾਂ ਵਿੱਚ ਇੱਕ ਸਮੁੰਦਰ ਵੀ ਸੀਗਾ ਆਪਾਂ ਦੋਨਾਂ ਦੇ ਵਿੱਚ, ਭਾਰਤ ਦੇ ਵਿੱਚ ਜਿਹੜਾ ਅੱਜ ਨਾਰਥ ਇੰਡੀਆ ਜਿੱਥੇ ਆਪਾਂ ਰਹਿੰਦੇ ਹਾਂ, ਇਹ ਸਾਰੀ ਜਗ੍ਹਾ ਸਮੁੰਦਰ ਦੇ ਥੱਲੇ ਸੀ। ਈਵਨ ਜਿਹੜੇ ਆਪਣੇ ਹਿਮਾਲਿਆ, ਇਹ ਵੀ ਸਮੁੰਦਰ ਦੇ ਥੱਲੇ ਸੀ। ਇਸ ਏਰੀਆ ਨੂੰ, ਇਹ ਜਿਹੜਾ ਸੀਗਾ, ਇਹ 33 ਸੀ ਸੀਗਾ। ਠੀਕ ਹੈ, ਤਾਂ ਹੋਇਆ ਕਿ ਹੌਲੀ ਹੌਲੀ ਜਿਵੇਂ ਜਿਵੇਂ ਭਾਰਤ ਤੁਹਾਡੇ ਇਹਦੇ ਵੱਲ ਵੱਧਦਾ ਗਿਆ, ਆਹ ਸਮੁੰਦਰ ਦਾ ਏਰੀਆ ਕਿਉਂਕਿ ਟਾਈਟ ਹੁੰਦੀ ਗਈ ਜਗ੍ਹਾ, ਇਹ ਹੌਲੀ ਹੌਲੀ ਮਿੱਟੀ ਉੱਤੇ ਨੂੰ ਉੱਠਦੀ ਆਈ। ਸਭ ਤੋਂ ਪਹਿਲਾਂ ਬਣੇ ਇਸ ਪਾਸੇ ਨੂੰ, ਇਹ ਮਿੱਟੀ ਦੇ ਉੱਠਣ ਕਾਰਨ ਪਹਾੜ ਜਿਹੜੇ ਬਣ ਗਏ ਹਿਮਾਲਿਆਸ। ਇਹਨੂੰ ਆਪਾਂ ਇੰਡੀਆ ਦੇ ਅੱਗੇ ਹੋਰ ਜਾ ਕੇ ਹਿਮਾਲਿਆ ਹੈ ਕਿ
ਕਿਹੜੇ ਹਿੱਸਿਆਂ 'ਚ ਵੰਡਾਂਗੇ ਆਪਾਂ ਭਾਰਤ ਦੇ ਸੈਕਸ਼ਨ ਅੱਗੇ ਜੀਓਗ੍ਰਾਫੀ ਵਿੱਚ ਪੜਾਂਗੇ, NCERT ਵਿੱਚ ਹੀ ਉੱਥੇ ਕਵਰ ਕਰਾਂਗੇ। ਤੇ ਬਾਅਦ ਵਿੱਚ ਜਿਹੜਾ ਵਿੱਚ ਫਿਰ ਤਾਂ ਵੀ ਪਹਾੜਾਂ ਤੋਂ ਬਾਅਦ ਹਜੇ ਵੀ ਭਾਰਤ ਹੋਰ ਕੋਲੇ ਆ ਗਿਆ, ਵਿੱਚ ਵਾਲਾ ਏਰੀਆ ਹਜੇ ਵੀ ਪਾਣੀ ਸੀ, ਉੱਥੇ ਹੌਲੀ-ਹੌਲੀ ਮਿੱਟੀ ਉੱਠਦੀ ਗਈ ਤੇ ਅੱਜ ਜੋ ਆਪਾਂ ਜਿਹਨਾਂ ਨੂੰ ਨਾਰਦਰਨ ਪਲੇਨਸ ਕਹਿੰਦੇ ਆ, ਜਿਹੜਾ ਆਪਣਾ ਪਲੇਨ ਦਾ ਏਰੀਆ ਜਿੱਥੇ ਆਪਾਂ ਵੀ ਰਹਿੰਦੇ ਆ, ਇਹ ਸਾਰੇ ਉਦੋਂ ਬਾਅਦ ਬਣੇ ਆ। ਇਹ ਆਪਾਂ ਨੂੰ ਕਿੱਦਾਂ ਪਤਾ ਚੱਲਦਾ ਕਿ ਇੱਥੇ ਸਮੁੰਦਰ ਸੀਗਾ? ਅੱਜ ਵੀ ਆਪਾਂ ਇੱਥੇ ਕਈ ਜਗ੍ਹਾ ਤੇ ਆਪਾਂ ਨੂੰ ਪੁਰਾਣੇ ਜਿਹੜੇ ਸਮੁੰਦਰ ਦੇ ਅੰਦਰ ਜਿਵੇਂ ਮੱਛੀਆਂ ਪਾਈ ਜਾਂਦੀਆਂ ਸੀ, ਉਹਨਾਂ ਦੇ ਜਿਹੜੇ ਰਿਮੇਨ ਆ, ਬਹੁਤ ਸਾਰੇ ਪਲਾਂਟ ਜਿਹੜੇ ਸਮੁੰਦਰ ਦੇ ਅੰਦਰ ਪਾਏ ਜਾਂਦੇ ਆ, ਉਹ ਅੱਜ ਵੀ ਆਪਾਂ ਨੂੰ ਇਸ ਇਲਾਕੇ 'ਚ ਮਿਲ ਜਾਂਦੇ ਆ। ਠੀਕ ਹੈ, ਇਸੇ ਲਈ ਆਪਾਂ ਇਸ ਤਰੀਕੇ ਨਾਲ ਮਤਲਬ ਇਹ ਸਾਰੀ ਚੀਜ਼ ਸਮਝ ਲੈਂਦੇ ਹਾਂ। ਤਾਂ ਹੁਣ ਇਸ ਡਾਇਗਰਾਮ ਦੇ ਥਰੂ ਦੇਖੋ, ਆ ਦੇਖੋ ਭਾਰਤ ਹੌਲੀ ਹੌਲੀ ਅੱਗੇ ਵੱਧਦਾ ਜਾ ਰਿਹਾ, ਆ ਵਿੱਚ ਸਮੁੰਦਰ ਹੈ। ਆ ਜਾ ਕੇ ਡਾਇਗਰਾਮ ਨੂੰ ਹੁਣ ਇੱਕ ਵਾਰੀ ਧਿਆਨ ਨਾਲ ਦੇਖ ਲਓ, ਹੌਲੀ ਹੌਲੀ ਆ ਉੱਤੇ ਨੂੰ ਆਹ ਲੈਂਡ ਵੱਲ ਜਾਊਗਾ, ਹੁਣ ਟਕਰਾ ਜਾਊਗਾ ਤੇ ਆ ਜਿਹੜੀ ਲਾਲ ਲਾਈਨ ਬਣੀ ਆ, ਬਸ ਆਹ ਥੋੜੇ ਹਿਮਾਲਿਆ ਬਣ ਗਏ। ਤਾਂ ਦੇਖੋ ਆ ਪੂਰੀ ਇੱਥੇ ਆਹ ਪਲੇਟ ਦੀ ਬਾਉਂਡਰੀ ਸੀ ਹਜੇ, ਤੇ ਹਿਮਾਲਿਆ ਆ ਕੇ ਟਕਰਾਣਗੇ, ਬਲੂ ਬਾਉਂਡਰੀ ਬਣ ਜੂਗੀ ਕਿਉਂਕਿ ਇੰਡੀਆ ਹਜੇ ਵੀ ਧੱਕਾ ਮਾਰ ਰਿਹਾ। ਆ ਬਲੂ ਬਾਉਂਡਰੀ ਆ, ਸਾਰੇ ਤੁਹਾਡੇ ਹਿਮਾਲਿਆ ਦੇ ਪਹਾੜ ਬਣ ਗਏ। ਠੀਕ ਹੈ, ਇਸ ਤਰੀਕੇ ਨਾਲ। ਹੁਣ ਦੇਖੋ, ਜਦ ਵੀ ਕੋਈ ਵੀ ਦੋ ਪਲੇਟਾਂ ਇਦਾਂ ਆਪਸ 'ਚ ਆ ਕੇ ਟਕਰਾਉਂਦੀਆਂ, ਦੋ ਕੋਈ ਵੀ ਕੰਟੀਨੈਂਟ ਆਪਸ 'ਚ ਆ ਕੇ ਇਦਾਂ ਟਕਰਾਉਂਦੇ ਆ, ਇਹ ਕਿੱਦਾਂ ਬਣਦੇ ਆ? ਇਹ ਦੋਨੋਂ ਪਾਸੇ ਦੇਖੋ, ਜਦ ਵੀ ਦੋ ਕੰਟੀਨੈਂਟ ਆਪਸ 'ਚ, ਮਹਾਦੀਪ ਆਪਸ 'ਚ ਆ ਕੇ ਟਕਰਾਣਗੇ, ਇਹ ਕੀ ਹੁੰਦਾ? ਕੋਈ ਵੀ ਇੱਕ ਦੂਜੇ ਦੇ ਥੱਲੇ ਨਹੀਂ ਦੱਬਦਾ। ਜਿਵੇਂ ਆਪਾਂ ਪਿਛਲੇ 'ਚ ਪੜ੍ਹਿਆ ਸੀ ਕਿ ਜੇ ਸਮੁੰਦਰ ਦੀ ਪਲੇਟ ਹੋਵੇ ਤੇ ਮਹਾਦੀਪ ਦੀ ਪਲੇਟ ਹੋਵੇ, ਸਮੁੰਦਰ ਦੀ ਪਲੇਟ ਹਮੇਸ਼ਾ ਮਹਾਦੀਪ ਦੇ ਥੱਲੇ ਚਲੀ ਜਾਂਦੀ ਆ। ਪਰ ਜਦੋਂ ਮਹਾਦੀਪ ਆ ਕੇ ਟਕਰਾਉਂਦੇ ਆ ਨਾ, ਇਹ ਦੋਨੋਂ ਉੱਤੇ ਨੂੰ ਉੱਠਦੇ ਆ। ਜਿਹੜੀ ਵਿੱਚ ਵਾਲੀ ਮਿੱਟੀ ਹੈ, ਜਿਹੜੀ ਤੁਸੀਂ ਇਹ ਡਾਇਗਰਾਮ ਦੇਖ ਰਹੇ ਹੋਗੇ, ਦੋਨੋਂ ਪਾਸੇ ਇਦਾਂ ਉੱਠ ਜਾਂਦਾ। ਦੇਖੋ ਵਿੱਚੋਂ ਪਾਣੀ ਨਿਕਲ ਗਿਆ ਤੇ ਉਸ ਤੋਂ ਬਾਅਦ ਇਸ ਪੂਰਾ ਦਾ ਪੂਰਾ ਏਰੀਆ ਉੱਠ ਗਿਆ, ਤੇ ਇਸੇ ਤਰੀਕੇ ਨਾਲ ਆ ਪੂਰਾ ਪਹਾੜ ਬਣ ਜਾਂਦੇ, ਪਹਾੜੀ ਏਰੀਆ ਬਣ ਜਾਂਦੇ। ਠੀਕ ਹੈ, ਆਪਣੇ ਜਿਹੜੇ ਹਿਮਾਲਿਆ ਬਣੇ ਉਹ ਇਸੇ ਤਰੀਕੇ ਨਾਲ ਬਣੇ ਆ ਕਿ ਆਪਣੇ ਇੱਕ ਪਾਸੋਂ ਇੰਡੀਆ ਆਇਆ, ਭਾਰਤ ਆਇਆ, ਇੱਕ ਪਾਸੋਂ ਏਸ਼ੀਆ ਸੀਗਾ, ਯੂਰੇਸ਼ੀਆ ਕਹਿ ਲਓ, ਦੋਨੋਂ ਪਾਸੇ ਟਕਰਾਏ, ਤਿੱਬਤ ਵਾਲਾ ਏਰੀਆ ਤੇ ਇਧਰੋਂ ਦੀ ਭਾਰਤ ਦਾ ਨਾਰਥ ਦਾ ਏਰੀਆ ਆਪਸ ਟਕਰਾ ਕੇ ਇਦਾਂ ਉੱਤੇ ਨੂੰ ਉੱਠ ਗਏ। ਵਿੱਚ ਵਾਲਾ ਸਾਰਾ ਪਾਣੀ ਜਿਹੜਾ ਸਮੁੰਦਰ ਦਾ ਪਾਣੀ ਸੀ ਉਹ ਇੱਥੋਂ ਨਿਕਲ ਗਿਆ, ਇਸ ਕਾਰਨ ਇਦਾਂ ਇਹ ਪੂਰੇ ਦੇ ਪੂਰੇ ਪਹਾੜ ਵਾਂਗੂ ਬਣ ਗਏ। ਠੀਕ ਹੈ, ਇਹ ਕਰੋੜਾਂ ਸਾਲਾਂ ਵਿੱਚ ਹੁੰਦਾ ਹੈ। ਠੀਕ ਹੈ, ਇਦਾਂ ਨਹੀਂ ਸੀ ਕਿ ਇੱਕ ਦਿਨ ਬਸ ਆ ਕੇ ਟਕਰਾਏ ਤੇ ਇੱਕ ਦਿਨ 'ਚ ਬਣ ਗਏ, ਕਰੋੜਾਂ ਸਾਲਾਂ ਦਾ ਹੌਲੀ 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 ਕਰਦੇ ਕਰਦੇ, ਤੇ ਵਿੱਚ ਜਿੰਨੀ ਹੈ ਮਿੱਟੀ ਇਕੱਠੀ ਹੁੰਦੀ ਜਾਊਗੀ ਤਾਂ ਉਹ ਏਰੀਆ ਭਰਦਾ ਜਾਂਦਾ ਹੈ, ਇਸ ਕਾਰਨ ਇਹ ਇਦਾਂ ਪਹਾੜ ਬਣ ਜਾਂਦੇ ਆ। ਇਹਨਾਂ ਨੂੰ ਕਹਿੰਦੇ ਤੈਅ ਪਹਾੜ। ਠੀਕ ਹੈ, ਜਾਂ ਇੰਗਲਿਸ਼ ਵਿੱਚ ਫੋਲਡ ਮਾਊਂਟੇਨਸ। ਠੀਕ ਹੈ, ਜਦੋਂ ਫੋਲਡ ਆ ਜਾਂਦਾ, ਮੁੜ ਜਾਂਦੇ ਆਪਸ 'ਚ। ਠੀਕ ਹੈ, ਇਹਨਾਂ ਨੂੰ ਕਹਿੰਦੇ ਫੋਲਡ ਮਾਊਂਟੇਨਸ। ਹੁਣ ਦੂਜੇ ਤਰੀਕੇ ਦੇ ਇੱਕ ਹੋਰ ਪਹਾੜ ਦੇਖੋ, ਆਪਾਂ ਉਦੋਂ ਕੀ ਕਹਿੰਦੇ ਆ, ਇੱਕ ਪਹਾੜ ਪੜੇ ਸੀ, ਇੱਕ ਪਹਾੜ ਬਣਨ ਦਾ ਤਰੀਕਾ ਸੀਗਾ ਜਦੋਂ ਤੁਹਾਡਾ ਜਵਾਲਾਮੁਖੀ ਫਟਦਾ ਹੈ। ਜਵਾਲਾਮੁਖੀ ਹੌਲੀ ਹੌਲੀ ਆਸ-ਪਾਸ, ਪਿਛਲੇ ਲੈਕਚਰ ਆਪਾਂ ਪੜ੍ਹੇ ਸੀ, ਆਸ-ਪਾਸ ਗਿਰਾਂਦਾ ਜਾਊਗਾ, ਹੌਲੀ ਹੌਲੀ ਉੱਚਾ ਹੁੰਦਾ ਜਾਂਦਾ ਹੈ, ਤੇ ਇਸ ਤਰੀਕੇ ਨਾਲ ਜਵਾਲਾਮੁਖੀ ਦੇ ਵਿੱਚ ਵਾਲਾ ਸਾਰਾ ਏਰੀਆ ਹੋ ਗਿਆ। ਇਸ ਤਰੀਕੇ ਨਾਲ ਇਹ ਸਾਰਾ ਜਵਾਲਾਮੁਖੀ ਬਣ ਗਿਆ। ਇਦਾਂ ਵੀ ਪਹਾੜ ਬਣ ਸਕਦੇ ਆ, ਤੈਅ ਲੱਗਣ ਨਾਲ ਵੀ ਬਣ ਜਾਂਦੇ ਕਿ ਆਪਸ 'ਚ ਆ ਕੇ ਟਕਰਾਏ, ਸਰਫੇਸ ਉੱਤੇ ਨੂੰ ਉੱਠ ਗਈ। ਤੀਜਾ ਤਰੀਕਾ ਹੁੰਦਾ ਕਿ ਤੁਸੀਂ ਆ ਮੰਨੋਗੇ ਕੋਈ ਏਰੀਆ ਹੈ, ਇਹ ਬਿਲਕੁਲ ਤੁਹਾਡੇ ਇੱਥੇ ਸਿੱਧੀ ਸਰਫੇਸ ਸੀ। ਠੀਕ ਹੈ, ਕਦੀ ਕੋਈ ਭੂਚਾਲ ਆਇਆ ਕਿਸੇ ਪਾਸੇ ਨੂੰ, ਜੇ ਮਿੱਟੀ ਕਮਜ਼ੋਰ ਸੀ ਨਾ, ਜੇ ਮਿੱਟੀ ਕਮਜ਼ੋਰ ਹੁੰਦੀ ਹੈ, ਦੇਖੋ ਆਹ ਇੱਥੇ ਡਰਾ ਕਰਕੇ ਦਿਖਾ ਦੇਣਾ ਉੱਤੇ, ਮੈਂ ਕੀ ਕਹਿਣਾ ਚਾਹੁੰਦਾ। ਹੁਣ ਤੁਸੀਂ ਮੰਨ ਲਓ ਕਿ ਆਹ ਕੋਈ ਸਰਫੇਸ ਸੀ, ਪਹਿਲਾਂ ਇਹ ਬਿਲਕੁਲ ਸਿੱਧੀ ਪਲੇਨ ਸਰਫੇਸ ਸੀ, ਲੋਕਾਂ ਨੇ ਆਪਣੇ ਇੱਥੇ ਘਰ ਵੀ ਪਾਏ ਹੋਏ ਸੀ, ਸਭ ਕੁਝ ਪਾਇਆ ਹੋਇਆ ਸੀ। ਠੀਕ ਹੈ, ਹੁਣ ਅਚਾਨਕ ਕੀ ਹੋਇਆ ਕਿ ਇੱਥੇ ਕਿਉਂਕਿ ਮਿੱਟੀ ਕਮਜ਼ੋਰ ਸੀ, ਆ ਜਿਹੜਾ ਵਿੱਚ ਵਾਲਾ ਹਿੱਸਾ ਸੀ ਇੱਥੇ ਮਿੱਟੀ ਕਮਜ਼ੋਰ ਸੀ, ਇਹ ਕਿਲੋਮੀਟਰ ਵਿੱਚ ਲਗਾ ਲਓ, ਇਦਾਂ ਨਹੀਂ ਹੈ, ਛੋਟਾ ਜਿਹਾ ਏਰੀਆ, ਕਿਲੋਮੀਟਰਸ ਵਿੱਚ ਏਰੀਆ। ਠੀਕ ਹੈ, ਜਿੱਥੇ ਮਿੱਟੀ ਥੱਲੇ ਸਰਫੇਸ ਪੂਰੀ ਕਮਜ਼ੋਰ ਹੋਈ ਹੋਈ ਸੀ, ਸਡਨਲੀ ਕਈ ਵਾਰੀ ਕੀ ਹੁੰਦਾ ਹੈ ਕਿ ਆਹ ਸਰਫੇਸ ਦੀ ਸਾਰੀ ਮਿੱਟੀ ਧਰਤੀ ਦੇ ਅੰਦਰ ਨੂੰ ਗਿਰ ਜਾਂਦੀ ਹੈ, ਤੇ ਸਡਨਲੀ ਇਦਾਂ ਦਾ ਦਿਖਣ ਲੱਗ ਜਾਂਦਾ ਹੈ, ਇਹ ਇਲਾਕਾ ਇਸ ਤਰੀਕੇ ਦਾ ਦਿਖਣ ਲੱਗ ਜਾਂਦਾ ਹੈ, ਆ ਥੱਲੇ ਨੂੰ ਚਲਾ ਗਿਆ। ਹੁਣ ਜਿਹੜਾ ਵੀ ਬੰਦਾ ਇੱਥੇ ਖੜਾ ਹੋਊਗਾ ਜਾਂ ਉੱਤੇ ਖੜਾ ਹੋਊਗਾ, ਉਹਨੂੰ ਸਡਨਲੀ ਲੱਗੂਗਾ ਕਿ ਜਿਹੜਾ ਉੱਤੇ ਖੜਾ ਉਹਨੂੰ ਲੱਗੂਗਾ, ਇਹਨੂੰ ਲੱਗੂਗਾ ਪਹਾੜ ਹੈ। ਪਰ ਇਹ ਆਪਸ ਕੋਈ ਪਹਾੜ ਖੁਦ ਨਹੀਂ ਬਣੇ ਹੋਇਆ, ਕਿਸੇ ਕਿਤੇ ਬਸ ਸਰਫੇਸ ਥੱਲੇ ਗਿਰ ਗਈ,
ਆ ਜਿਹੜੇ ਬਲੌਕ ਉੱਤੇ ਰਹਿ ਗਏ ਉਹ ਆਪਣੇ ਆਪ 'ਚ ਹੀ ਪਹਾੜ ਦਿਖਣ ਲੱਗ ਗਏ ਆ। ਇਸ ਤਰੀਕੇ ਦੇ ਪਹਾੜਾਂ ਨੂੰ ਕਹਿ ਦਿੰਦੇ ਆ ਬਲੌਕ ਪਹਾੜ। ਜਦੋਂ ਇੱਕ ਪੂਰਾ ਬਲੌਕ ਖੜਾ ਰਹਿ ਜਾਂਦਾ ਜਾਂ ਪੂਰਾ ਬਲੌਕ ਜੋ ਥੱਲੇ ਗਿਰ ਗਿਆ, ਆਸ-ਪਾਸ ਦੀ ਜਿਹੜੀ ਸਰਫੇਸ ਹੈ ਉਹ ਜਦੋਂ ਉੱਚੀ ਲੱਗਣ ਲੱਗ ਗਈ, ਉਹਨਾਂ ਨੂੰ ਆਪਾਂ ਕਹਿੰਦੇ ਆ ਬਲੌਕ ਪਹਾੜਾਂ ਵਰਗੀ ਹੋ ਗਈ। ਠੀਕ ਹੈ, ਬਾਅਦ 'ਚ ਹੌਲੀ-ਹੌਲੀ ਦੇਖੋ ਇਦਾਂ, ਕਿਉਂਕਿ ਸਿੱਧੀ ਸਰਫੇਸ ਨਹੀਂ ਹੁੰਦੀ ਤਾਂ ਉਹ ਟੁੱਟ-ਟੁੱਟ ਕੇ ਪਾਣੀ ਤੇ ਹਵਾ ਉਹਨੂੰ ਤੋੜ-ਤੋੜ ਕੇ ਸ਼ੇਪ ਦੇ ਦਿੰਦੇ ਆ ਪਹਾੜਾਂ ਵਾਲੀ। ਠੀਕ ਹੈ, ਜਿਵੇਂ ਆਪਣੇ ਪਹਾੜ ਦਿਖਣੇ ਚਾਹੀਦੇ ਆ। ਠੀਕ ਹੈ, ਇਸ ਤਰੀਕੇ ਦੇ ਇਹ ਪਹਾੜ ਦਿਖਣ ਲੱਗ ਪਏ। ਕਲੀਅਰ ਹੈ? ਇਸ ਤਰੀਕੇ ਨਾਲ ਇਹ ਸਾਰੇ ਤੁਹਾਡੇ ਬਲੌਕ ਪਹਾੜ ਬਣਦੇ ਆ। ਕਲੀਅਰ ਹੈ? ਇਹ ਸੀਗਾ ਅੱਜ ਦਾ ਆਪਣਾ ਲੈਕਚਰ। ਮਿਲਦੇ ਆ ਤੁਹਾਨੂੰ ਕੱਲ ਦੇ ਲੈਕਚਰ 'ਚ। ਥੈਂਕ ਯੂ ਤੇ ਸੀ ਯੂ।